ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਕੁਝ ਸੁਰਖੀਆਂ ਦੇ ਉੱਤੇ ਗੱਲ ਕਰਾਂਗੇ ਔਰ ਆਪਣੇ ਇੱਕ ਖਾਸ ਮੁੱਦੇ ਉੱਤੇ ਖਾਸ ਮਹਿਮਾਨ ਦੇ ਨਾਲ ਗੱਲ ਕਰਾਂਗੇ ਔਰ ਉਹ ਮੁੱਦਾ, ਉਹ ਮਸਲਾ, ਉਹ ਇਸ਼ੂ ਵੇਖਣ ਨੂੰ ਭਾਵੇਂ ਬੜਾ ਛੋਟਾ ਜਿਹਾ ਹੈ ਪਰ ਸਾਡੀਆਂ ਬੁਨਿਆਦਾਂ ਦੇ ਨਾਲ ਉਸ ਦਾ ਤਲਕ ਹੈ। ਬਹੁਤ ਹੀ ਗੰਭੀਰ ਵੀ ਹੈ ਔਰ ਜੇ ਦੂਸਰੇ ਪਾਸੇ ਦੇਖਿਆ ਜਾਏ ਤਾਂ ਬਹੁਤ ਸਧਾਰਨ ਵੀ ਹੈ। ਸਾਰਾ ਸੰਸਾਰ ਜਿਸ ਦੇ ਲਈ ਚਿੰਤਾਤਰ ਹੈ, ਪਰ ਅਸੀਂ, ਸਾਡੀ ਸਰਕਾਰ, ਸਾਡੇ ਵਤਨ ਵਿੱਚ ਉਸ ਦੇ ਨਾਲ ਅਸੀਂ ਕਿਸ ਤਰੀਕੇ ਦੇ ਨਾਲ ਨਜਿੱਠ ਰਹੇ ਹਾਂ, ਇਹ ਥੋੜ੍ਹੀ ਦੇਰ ਤੱਕ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਤੁਹਾਨੂੰ ਆਪਣੇ ਖਾਸ ਮਹਿਮਾਨ ਦੇ ਨਾਲ ਵੀ ਉਸ ਵਿਸ਼ੇ ਦੇ ਉੱਤੇ, ਉਸ ਸਬਜੈਕਟ ਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕਰੀਏ। ਪਰ ਉਸ ਤੋਂ ਪਹਿਲੇ ਕੁਝ ਕੁ ਸੁਰਖੀਆਂ ਹਨ, ਚੋਣਵੀਆਂ ਸੁਰਖੀਆਂ, ਜਿਨ੍ਹਾਂ ਦੇ ਉੱਤੇ ਤੁਹਾਨੂੰ ਜਾਣਕਾਰੀ ਦੇਵਾਂਗੇ ਔਰ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਸਾਡੀ ਤੁਹਾਨੂੰ ਖਾਸ ਉਚੇਚੇ ਤੌਰ 'ਤੇ ਬੇਨਤੀ ਵੀ ਹੈ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕਿ ਕੀ ਸਮਝਦੇ ਹੋ ਕਿ ਕੀ ਇਹ ਜੋ ਇਸ਼ੂ ਲੈ ਕੇ ਆਂਦਾ ਹੈ, ਇਸ ਦਾ ਢੰਗ ਸਹੀ ਹੈ ਜਾਂ ਇਸ ਦੇ ਬਾਰੇ ਕੀ ਹੋਣਾ ਚਾਹੀਦਾ। ਇਸ ਸਬਜੈਕਟ ਨੂੰ ਥੋੜ੍ਹੀ ਦੇਰ ਤੱਕ ਤੁਹਾਡੇ ਸਾਹਮਣੇ ਖੋਲਾਂਗੇ। ਪਹਿਲਾਂ ਕੁਝ ਕੁ ਸੁਰਖੀਆਂ ਦੇ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਭਾਰਤ ਦੇ ਵਿੱਚ ਆਰਥਿਕ ਤੌਰ 'ਤੇ ਵੈਸੇ ਤਾਂ ਕਈ ਕਿਸਮ ਦੀਆਂ ਇਲਤਾਂ, ਬਿਮਾਰੀਆਂ, ਪ੍ਰੋਬਲਮਸ ਮੌਜੂਦ ਹਨ, ਪਰ ਇੱਕ ਬਹੁਤ ਵੱਡੀ ਇੱਕ ਐਸੀ ਨਾਸੂਰ ਹੈ ਜਿਹੜਾ ਕਿ ਪੂਰੇ ਦੇ ਪੂਰੇ ਸਮਾਜ ਨੂੰ ਖੋਖਲਾ ਕਰਕੇ ਰੱਖ ਦਿੰਦਾ ਹੈ। ਉਹ ਹੈ ਭਾਰਤ ਦੇ ਵਿੱਚ ਪੈਰਲਲ ਇਕੋਨਮੀ ਦਾ ਚੱਲ। ਸ਼ਾਇਦ ਇੱਥੇ ਦੇ ਲੋਕਾਂ ਨੂੰ ਸਮਝ ਨਹੀਂ ਆਏਗੀ, ਸਥਾਨਕ ਬੰਦਿਆਂ ਨੂੰ ਸ਼ਾਇਦ ਨਹੀਂ ਆਏਗੀ, ਪਰ ਉੱਥੇ ਹਰ ਚੀਜ਼ ਜਿਹੜੀ ਹੈ ਉਹ ਦੋ ਤਰਾਤਲ ਹਨ, ਦੋ ਸਤਹਿ ਹਨ, ਉਹ ਪੈਰਲਲ ਤੌਰ 'ਤੇ ਨਾਲ ਚੱਲਦੇ ਹਨ। ਇੱਕ ਉਹ ਆਮਦਨ, ਉਹ ਪੈਸਾ, ਉਹ ਸਰਮਾਇਆ, ਉਹ ਖਸਾਰਾ ਜਿਹੜਾ ਕਿ ਦਿਖਾਇਆ ਜਾਂਦਾ, ਕਿਤਾਬਾਂ ਦੇ ਵਿੱਚ ਹੁੰਦਾ ਹੈ, ਔਰ ਦੂਸਰਾ ਉਹ ਜਿਹੜਾ ਕਿ ਅਸਲ ਵਿੱਚ ਹੁੰਦਾ ਹੈ। ਸੋ ਉਸ ਦੀ ਜਿਹੜੀ ਬਲੈਕ ਮਨੀ ਦੀ ਪਸਾਰਾ ਹੈ, ਬਲੈਕ ਮਨੀ ਦਾ ਜੋ ਪਸਾਰਾ ਹਿੰਦੁਸਤਾਨ ਵਿੱਚ ਹੈ, ਉਹ ਸ਼ਾਇਦ ਜਿੰਨੀ ਕੁ ਲੀਗਲ ਸਰਕੂਲੇਸ਼ਨ ਦੇ ਵਿੱਚ ਜੋ ਕੈਪੀਟਲ ਹੈ ਉਸ ਤੋਂ ਵੀ ਵੱਧ ਹੈ, ਜਿਹੜੀ ਕਿ ਬਹੁਤ ਹੀ ਆਰਥਿਕਤਾ ਲਈ ਖਤਰਨਾਕ ਵੀ ਹੈ। ਔਰ ਖ਼ਾਸ ਕਰਕੇ ਜਦੋਂ ਕਿ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ, ਬਗੈਰ ਕਿਸੇ ਕੰਟਰੋਲ ਦੇ ਵਿੱਚ, ਉਹ ਜਿਹੜਾ ਪੈਸਾ ਹੈ ਉਹ ਹਰ ਕਿਸਮ ਦੀਆਂ ਕਰਪਸ਼ਨ ਦੇ ਵਿੱਚ ਇਸਤੇਮਾਲ ਹੁੰਦਾ ਹੈ ਜਾਂ ਗਲਤ ਚੀਜ਼ਾਂ ਵਿੱਚ ਵੀ ਇਸਤੇਮਾਲ ਹੁੰਦਾ ਹੈ। ਸਮੇਂ ਦੇ ਉੱਤੇ ਭਾਰਤ ਸਰਕਾਰ ਵੱਲੋਂ ਇਸ ਨੂੰ ਰੋਕਣ ਲਈ ਜਾਂ ਇਸ ਦੇ ਬਾਰੇ ਕੰਟਰੋਲ ਕਰਨ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ, ਪਰ ਹਰ ਵਾਰੀ ਕਿਹਾ ਜਾਂਦਾ ਹੈ ਕਿ ਇਹ ਅਖੀਰਲਾ ਮੌਕਾ ਹੈ, ਇਸ ਦੇ ਬਾਅਦ ਕੋਈ ਮੌਕਾ ਨਹੀਂ ਦਿੱਤਾ ਜਾਏਗਾ। ਪਰ ਮੁੜ ਦੁਬਾਰਾ ਕੁਝ ਸਾਲਾਂ ਦੇ ਬਾਅਦ ਫਿਰ ਇਸ ਕਿਸਮ ਕਈ ਸਕੀਮਾਂ ਸਰਕਾਰ ਵੱਲੋਂ ਆ ਜਾਂਦੀਆਂ ਹਨ ਕਿ ਤੁਸੀਂ, ਅਗਰ ਤੁਹਾਡੇ ਕੋਲ ਅਨਅਕਾਊਂਟਡ ਮਨੀ ਹੈ ਤਾਂ ਉਸ ਨੂੰ ਤੁਸੀਂ ਡਿਕਲੇਅਰ ਕਰ ਦਿਓ, ਤੁਹਾਨੂੰ ਕੋਈ ਸਵਾਲ ਨਹੀਂ ਪੁੱਛਿਆ ਜਾਏਗਾ। ਔਰ ਬੜੀ ਹੈਰਾਨੀ ਹੋਏਗੀ ਕਿ ਜਦੋਂ ਇਹ ਸਰਕੂਲਰ ਜਾਰੀ ਹੋਇਆ ਪਿਛਲੀ ਵਾਰ ਕਿ ਬਲੈਕ ਮਨੀ ਅਗਰ ਤੁਹਾਡੇ ਕੋਲ ਹੈ, ਅਨਅਕਾਊਂਟਡ ਮਨੀ ਤੁਹਾਡੇ ਕੋਲ ਹੈ ਔਰ ਤੁਸੀਂ ਉਸ ਨੂੰ ਡਿਕਲੇਅਰ ਕਰਨਾ ਚਾਹੁੰਦੇ ਹੋ, ਤਾਂ ਜਿਹੜਾ ਸਰਕੂਲਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਉੱਤੇ ਬੜਾ ਸੋਹਣਾ ਲੋਗੋ ਲੱਗਾ ਹੈ ਜਿਹਦੇ ਉੱਤੇ ਲਿਖਿਆ ਸਤਿਅਮੇਵ ਜਯਤੇ, ਸੱਚ ਦੀ ਜਿੱਤ ਹੋਏਗੀ, ਔਰ ਉਹਦੇ ਥੱਲੇ ਲਿਖਿਆ ਵਿਦਿਨ ਕੋਟਸ, ਈਵਨ ਇਫ ਯੂ ਹੈਵ ਇਨਕਮ ਫਰੋਮ prostitution, bribery, ਡਕੈਤੀ,
robbery, you declare it and no questions will be asked। इस तो इस बीमारी का उसकी गंभीरता का अंदाज़ा लगाया जा सकता है कि कितना संगीन ये पैरल इकोनॉमी का मसला है। इसनों कंट्रोल करने के नज़रिए नाल सरकार ने, भारत सरकार ने, रिजर्व बैंक ऑफ इंडिया ने सारे दे सारे करंसी नोट ਜਿਹੜੇ कि 2005 तो पहला ਦੇ छपे हुए हैं वो 31 मार्च तो बाद मार्केट विच सर्कुलेशन विच नहीं होणगे और जिन्हां विच 5000 रुपए और 10,000 रुपए के नोट भी 500 के और 1000 रुपए के नोट भी उहदे विच शामिल होणगे। और इस दे नाल ही ये भी कहा गया है कि 31 मार्च तो बाद 1 अप्रैल तो शुरू हो के लोग अपना वो जिहड़ी करंसी है वो तब्दील करा सकते हैं बैंकों दे विचों जाके। और जेकर किसी को 10 या उस तो वध नोट हैं तो उसनूं अपनी पछाण जाहिर करनी पेगी। कुदरती तौर पर उसनूं अपना पैन नंबर, इनकम टैक्स परमानेंट अकाउंट नंबर वगैरह उसनूं देना पेगा ताकि वो सरकार उस तो बाद ये जारी करे। पर इस दे विच एक गल दी समझ नहीं आई, आम तौर के उत्ते जदों भी डीमोनेटाइजेशन या करंसी नूं इस तरीके नाल कीता जांदा है तो अचानक कीता जांदा है, पर हुण इहदे विच 31 मार्च तक का समा दिता गया है, यानी कि तकरीबन 2.25 महीने का समा। और ये इस दे नाल कुदरती तौर के उत्ते जिन्हां ने कुछ अपनी चतराई दे नाल तब्दीली करनी है वो कर सकणगे। इसका कितना प्रभाव पेगा, सही प्रभाव कितना पेगा, ये तो माहिर दसणगे या आने वाला समा ही दसेगा। सो पहली सुर्खी ये सी। दूसरी एक होर सुर्खी जिहड़ी साडे लई सारिਆਂ ਲਈ एक बड़ी ही अफसोस दी और शर्म का भी बायस है। बरतानिया दे विच सरकार वल्लों क्रिमिनल इन्वेस्टिगेशन डिपार्टमेंट वल्लों टीम वल्लों 1971 के इमीग्रेशन एक्ट की उलंघना के दोष विच मैनचेस्टर, ग्लासगो, हडर्सफील्ड, मिडलसैक्स, पैंगबॉर्न और वुलवरहैम्पटन दे विच छापे मारे गए और 11 थावां दे उत्ते छापे मार के 16 थावां ते छापे मारे गए और 19 बंदे गिरफ्तार किए गए। इमीग्रेशन दे विच आम तौर पर इस तरह दीयां कार्रवाइयां होंदियां, पर जिहड़ी अफसोस और कौम लई नमोशी का कारण है वो ये है कि इस छापामारी विच वो बंदे फड़े गए जिहड़े धार्मिक प्रीचर, ग्रंथी, रागी, प्रचारक, सेवादार धार्मिक गुरुद्वारा साहिबान लई धार्मिक कारजां लई उत्थों वीज़े लगवा के आंदे सी और जिहड़े इलीगल इमीग्रेशन का ये धंधा करते सी। ये बहुत ही मंदभागा है और कौमी तौर के उत्ते भी इसनूं सोचण की लोड़ है और ख़ास करके कि ऐसा काम किया जाए जिहदे नाल गुरुद्वारियां दे उत्ते रेड होण, गुरुद्वारा साहिबान दे उत्ते रेड होण। इस तो वध शर्म की गल कोई नहीं हो सकती। और ख़ास करके वो जिहड़े व्यक्ति ये काम करते हैं उन्हां नूं की किया जा सकता है? तुहाडा की विचार है कि साडे प्रबंधकां नूं ज़रूरत तो ज़्यादा चेतन होने की लोड़ नहीं? अगर तुहानूं पता भी है कि इस तरह का कोई काम हो रहा है तो चाहिए कि सरकार नूं इसकी सूचना दी जाए, क्योंकि ये जिहड़े व्यक्ति आणगे वो जिहड़े इत्थे आ चुके हैं, अगर इन्वेस्टिगेशन होएगी उन्हां सारिਆਂ नूं और बहुत ज़्यादा लोगों नूं इसका बहुत भारी कीमत अदा करनी पेगी। सो ये बहुत ही गंभीर विषय है जिहड़ा कि तुहाडी सोच की मांग करता है। एक छोटी जी सुर्खी है, इस साल 2014 फर्स्ट वर्ल्ड वार, पहली आलमी जंग की शताब्दी है। इसका 100 साला मनाया जा रहा है, सारे विश्व विच मनाया जाएगा।
फस्ट वर्ल्ड वार का। और सब तो वड्डी गल इस जंग की यह है कि इहदे विच इस जंग दे विच 1.25 लाख के करीब सिख फोर्सिस ने हिस्सा लिया सी और बड़ी ही बहादरी दे नाल वो तस्वीरां मौजूद है कि जिथे बंबार्डमेंट हुई है 1 घंटे के बाद उत्थे ना केवल फौजी तो सन ही सन बल्कि महाराजा भुपिंदरा सिंह पटियाला अपने फौजियों के नाल उत्थे उस जगह के उत्ते खुद मौजूद सन और सारिया फोर्सेस ने बड़ी ही बहादरी के नाल हिस्सा लिया। और जिसका असर पहली और दूसरी आलमी जंग का असर यह पिया कि 1970 तक 75 तक इंग्लैंड दे विच वो फौजी अफसर मौजूद सन जिन्हों ने उन्होंने जंगां दे विच हिस्सा लिया सी, वो वैटरन्स मौजूद सन और उन्हों दे मनां दे विच बहुत वड्डा सत्कार सी सिख फौजियां लई, क्योंकि वो सिखां दे नाल सिख रैजीमेंट दे विच पहली अते दूसरी आलमी जंग दे विच खुद हिस्सा लै चुके सी। एक पासे ये हो रहा है, दूसरे पासे इस साल 2014 दे विच ब्लू स्टार कल्लूकारा दी भी 30ਵੀਂ वरेगंढ है। और इस दौरान जदों ये सामने आया कि बरतानिया सरकार वालों भारत की मदद की गई उस दरबार साहब ते होए बदनाम हमले दे विच, हालांकि डेविड कैमरन प्रधानमंत्री ने कहा है कि वो इसकी पूरी तफ्तीश करवाणगे, पड़ताल करवाणगे और सारी चीज़ जाहिर करनगे। हुण वेखना ये है कि ये जिहड़ा एक बहुत ही अहम मौका है, इहदे विच की प्रतिक्रम आंदा है कि सरकार ब्रिटिश गौरमेंट ईमानदारी दे नाल अपना फर्ज पूरा करेगी और जिहड़ियां पहली शताब्दी जंगे अजीम दे विच जिहड़े सिखां ने जिहड़ी कंट्रीब्यूशन है उसका सत्कार करेगी और किस ढंग नाल करेगी और असीं भी इसनूं किस रूप विच पेश करते हाँ, एक बहुत आने वाला समा ही दसेगा। समा है एक छोटे जे वक्फे का, उहदे बाद मुड़ हाज़र होंगे। गैट पंजाबी दे दानश्वर दर्शकों ते सुचेत ਸਰੋਤਾ जनां दा वक्फे के बाद निघा स्वागत है। जिहड़ा असीं तुहानूं दस्सिया सी कि देखण नूं बहुत छोटा जिहा मसला है पर बहुत ही गंभीर है, वो ये है कि सारा संसार जिस इल्लत तो त्रस्त है और उहदे लई चिंतित है, पंजाब सरकार ने तंबाकू दे उत्पादनां ते तंबाकू दे कोई भी जिहड़े वस्तुआं हन उन्हां दे उत्ते टैक्स की दर काफ़ी घटा दी है। क्यों लोड़ पै गई, की उसका असर पेगा, की होएगा, कि अगे ही जिहड़ी ड्रग्स की मार पै रही सी और इस दे नाल ही गुआढ़ी मुल्क दे विच उन्होंने तंबाकू दे उत्ते पूरी पाबंदी लगाउण लई ना केवल तंबाकू बल्कि पान, सुपारी, गुटखा इन्हां सारियां चीज़ां ते अवेयरनैस लई हस्पतालां और दूजियां संस्थावां नाल मिल के उन्होंने कार्रवाई शुरू की है, क्योंकि उन्हों का कहना है कि ये कैंसर का मुख कारण यही है। सानू बहुत खुशी है, साडे नाल साबका DGP प्रेजेंस पंजाब श्री शशिकांत जी साडे नाल लाइन ते जुड़े हैं, इन्होंने तकलीफ दी है। शशिकांत जी गैट पंजाबी राही अमरीका ते कैनेडा के दर्शकों के रूबरू होने लई तुहाडा निघा स्वागत, जी आयां नूं ते सत श्री अकाल। बहुत बहुत धन्यवाद तुहानूं ते जिहड़े श्रोता हैगे ने सारिआं नूं जी सत श्री अकाल, वाहिगुरू जी किरपा करो जी फतेह। शशिकांत जी, ये जिहड़ा तुसी ड्रग्स दे बारे ते बहुत काम कीता ਤਾਂ ਕਰਕੇ ਸਾਡਾ ਮਨ ਆਇਆ ਕਿ ਇਹ ਡਰੱਗਸ ਦਾ ਤੇ ਤੰਬਾਕੂ ਦਾ ਕੋਈ ਆਪਸ ਵਿੱਚ ਰਿਸ਼ਤਾ ਹੈ, ਕੋਈ ਲੈਣਾ ਦੇਣਾ ਹੈ ਔਰ ਇਹ ਜਿਹੜੀ ਕਾਰਵਾਈ ਹੈ ਪੰਜਾਬ ਦੀ ਇਹ ਇਹਦੇ ਪਿੱਛੇ ਕੀ ਤੁਹਾਨੂੰ ਲੱਗਦਾ ਹੈ ਜਾਂ ਕੀ ਇਹਦੀ ਜ਼ਰੂਰਤ ਸੀ ਜਾਂ ਇਹਦਾ ਕੋਈ ਹੋਰ ਵੀ ਇਹਨਾਂ ਕੋਲ ਕੋਈ ਅਲਟਰਨੇਟਿਵ ਸੀ ਜਿਹੜਾ ਇਹਨਾਂ ਨੇ ਇਹ ਲਾਗੂ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਟੈਕਸ ਘਟਾਉਣ ਦੀ ਜਿਹੜੀ ਕਾਰਵਾਈ ਕੀਤੀ ਗਈ ਹੈ ਤੰਬਾਕੂ ਦੇ ਉਤਪਾਦਾਂ ਦੇ। ਜਦੋਂ ਅਸੀਂ ਗੱਲ ਕਰਦੇ ਹੈਗੇ ਆ ਡਰੱਗਸ ਦੀ, ਬਲਕਿ ਗੱਲ ਕਰੀਏ ਅਸੀਂ ਜੇ ਨਸ਼ੀਲੀ ਚੀਜ਼ਾਂ ਹੈਗੀਆਂ ਨੇ ਜਿਹਦੇ ਡਰੱਗਸ ਵੀ ਆਉਂਦੀਆਂ ਨੇ,
ਜੀ ਬ੍ਰੌਡਲੀ ਦੋ ਕੈਟੇਗਰੀਜ਼ ਬਣਦੀਆਂ ਹੈਗੀਆਂ ਨੇ। ਇੱਕ ਜਿਨ੍ਹਾਂ ਨੂੰ ਅਸੀਂ ਅਨਫੋਰਚੂਨੇਟਲੀ ਬਦਕਿਸਮਤੀ ਨਾਲ ਲੀਗਲ ਨਸ਼ਾ ਕਹਿੰਦੇ ਹੈਗੇ ਨੇ, ਦੂਜਾ ਹੁੰਦਾ ਇਲੀਗਲ ਨਸ਼ਾ। ਲੀਗਲ ਨਸ਼ਾ ਜਿਹੜਾ ਮੈਂ ਕਿਹਾ ਬਦਕਿਸਮਤੀ ਨਾਲ ਕਹਿੰਦੇ ਹੈਗੇ ਆ, ਉਹਦੇ 'ਚ ਆ ਜਾਂਦੀ ਹੈਗੀ ਹੈ ਜਿਸ ਤਰ੍ਹਾਂ ਸ਼ਰਾਬ ਹੈਗੀ ਹੈ, ਤੰਬਾਕੂ ਹੈਗੇ, ਇਸ ਤਰ੍ਹਾਂ ਦੀ ਚੀਜ਼ਾਂ। ਜਿਹੜੇ ਗੈਰ ਕਾਨੂੰਨੀ ਹੈਗੇ ਉਹਦੇ ਦੂਜੇ ਜਿਹੜੀ ਹੈਗੀ ਹੈ ਹੈਰੋਇਨ, ਸ਼ਰੋਇਨ, ਓਪੀਓਇਡ, ਸਿੰਥੈਟਿਕ ਡਰੱਗਸ ਆ ਜਾਂਦੀਆਂ। ਤਾਂ ਅਸੀਂ ਇੱਥੇ ਗੱਲ ਕਰ ਰਹੇ ਹੈਗੇ ਪਹਿਲੀ ਕੈਟੇਗਰੀ ਦੀ, ਖਾਸ ਕਰ ਟੋਬੈਕੋ ਪ੍ਰੋਡਕਟਸ ਦੀ। ਹਾਂ, ਟੋਬੈਕੋ ਪ੍ਰੋਡਕਟਸ ਜਿਹੜੇ ਹੈਗੇ ਨੇ ਇਹ ਨਸ਼ੀਲੇ ਹੀ ਨਹੀਂ ਹੈਗੇ ਨੇ, ਬਲਕਿ ਇਹ ਕੈਂਸਰਸ ਵੀ ਹੈਗੇ ਨੇ। ਇਹਦੇ ਬਾਰੇ ਮੈਂ ਜਿਹੜੀ ਗੱਲ ਕਹਿ ਰਿਹਾ ਕੋਈ ਨਵੀਂ ਗੱਲ ਨਹੀਂ ਕਹਿ ਰਿਹਾ। ਮੇਰੀ ਗੱਲ ਸ਼ਾਇਦ ਬੱਚੇ ਨੂੰ ਪਤਾ ਹੈਗਾ ਹੈ ਕਿ ਤੰਬਾਕੂ ਖਾਣ ਦੇ ਨਾਲ, ਗੁਟਕਾ ਖਾਣ ਦੇ ਨਾਲ ਇਹ ਸਾਰੀ ਚੀਜ਼ਾਂ ਜਿਹੜੀ ਹੈਗੀਆਂ ਨੇ, ਜਿਹਦੇ ਟੋਬੈਕੋ ਪ੍ਰੋਡਕਟਸ ਹੈਗੇ ਨੇ, ਉਹਦੇ ਨਾਲ ਕੈਂਸਰ ਵੱਧਦਾ ਹੈਗਾ, ਕੈਂਸਰ ਹੁੰਦਾ ਹੈਗਾ। ਪੰਜਾਬ ਸਰਕਾਰ ਨੇ ਜੋ ਟੋਬੈਕੋ ਦੇ ਵਿੱਚ ਡਿਊਟੀ ਵਗੈਰਾ ਘਟਾ ਕਰਕੇ ਜਿਹੜਾ ਕੁਝ ਕੀਤਾ ਹੈਗਾ, ਇਹਨੂੰ ਤਾਂ ਮੈਂ ਕਹਾਂਗਾ ਇੱਕ ਬਹੁਤ ਹੀ ਬਦਕਿਸਮਤੀ ਵਾਲੀ ਗੱਲ। ਪੰਜਾਬ ਦੇ ਵਿੱਚ ਆਪ ਹੀ ਪੰਜਾਬ ਸਰਕਾਰ ਕਹਿੰਦੀ ਹੈ ਕਿ ਇਹ ਕੈਂਸਰ ਕਾਫੀ ਜ਼ਿਆਦਾ ਫੈਲਿਆ ਹੋਇਆ ਹੈਗਾ, ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਹੋ ਰਿਹਾ ਹੈਗਾ। ਬਾਹਰ ਕਿਉਂ ਜਾਈਏ, ਬਾਦਲ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਰਹੀ ਹੈਗੀ, ਸਾਰੀ ਦੁਨੀਆ ਨੂੰ ਪਤਾ ਹੈਗੀ ਹੈ। ਤੇ ਹੁਣ ਜਿਹੜਾ ਨਸ਼ਾ ਘਟਾਇਆ ਗਿਆ, ਜਿਹੜਾ ਕਿ ਡਿਊਟੀ ਘਟਾਈ ਗਈ ਹੈਗੀ ਟੋਬੈਕੋ ਤੇ, ਪੰਜਾਬ ਦੇ ਵਿੱਚ ਇੱਕ ਗੰਭੀਰ ਵਿਸ਼ਾ ਹੈਗਾ, ਚਿੰਤਾ ਦਾ ਵਿਸ਼ਾ ਹੈਗਾ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਰਹਿ ਚੁੱਕੀ ਹੈਗੀ ਹੈ, ਰਹੂਗੀ ਹਮੇਸ਼ਾ। ਹਾਲਾਂਕਿ ਕਈ ਵਾਰੀ ਜਾਪਦਾ ਹੈਗਾ ਕਿ ਅਨਫੋਰਚੂਨੇਟਲੀ ਸ਼ਾਇਦ ਇਹ ਗੁਰੂਆਂ ਪੀਰਾਂ ਦੀ ਧਰਤੀ ਨਹੀਂ ਰਹਿਤੀ ਹੁੰਦੇ, ਨਸ਼ਿਆਂ ਦੀ ਤੇ ਇਸ ਸਾਰੀ ਚੀਜ਼ਾਂ ਦੀ ਧਰਤੀ ਹੋ ਗਈ ਹੈਗੀ। ਬਦਕਿਸਮਤੀ ਹੈਗੀ ਹੈ ਸਾਡੀ, ਸਾਨੂੰ ਕਹਿਣ ਦੇ ਪਹਿਲੇ ਦੁੱਖ ਹੋਣਾ ਚਾਹੀਦਾ ਹੈਗਾ, ਦੁੱਖ ਹੁੰਦਾ ਹੈਗਾ, ਪਰ ਜਿਹੜੀ ਹਕੀਕਤ ਹੈਗੀ ਹੈ ਉਹ ਵੀ ਬਿਆਨ ਕਰਨੀ ਜ਼ਰੂਰੀ ਹੈਗੀ ਤਾਂ ਕਿ ਜਿਹੜੇ ਲੋਕ ਹੈਗੇ ਨੇ ਸਾਨੂੰ ਸਾਰੇ ਅਸੀਂ ਚੇਤਨ ਹੋ ਸਕੀਏ। ਜਿਹੜਾ ਹੋਇਆ ਹੈਗਾ ਮੈਂ ਤੈਨੂੰ ਕਹਾਂਗਾ ਸਰ ਮੰਦਭਾਗੀ ਹੈਗਾ, ਔਰ ਮੈਨੂੰ ਜਾਪਦਾ ਹੈਗਾ ਇਹਦੀ ਕਹਾਣੀ ਕੋਈ ਹੋਰ ਵੱਡੀ ਹੈਗੀ ਹੈ। ਹੁਣ ਅਸੀਂ ਜਿਹੜੇ ਗੱਲ ਕਰਦੇ ਹੈਗੇ ਨਸ਼ਿਆਂ ਦੇ ਖਿਲਾਫ ਕਾਫੀ ਚੱਲ ਰਿਹਾ ਹੈਗਾ, ਕੈਂਪੇਨ ਚੱਲ ਰਿਹਾ, ਕੋਰਸ ਮੋਨੀਟਰ ਕਰ ਰਹੇ ਹੈਗੇ ਨੇ, ਕੁਝ ਸਟ੍ਰਿਕਟਨੈਸ ਹੋਈ ਹੈਗੀ ਹੈ ਜੀ। ਇਹ ਸਾਰੀ ਦੁਨੀਆ ਨੂੰ ਪਤਾ ਹੈਗਾ ਹੈ ਕਿ ਟੋਬੈਕੋ ਪ੍ਰੋਡਕਟਸ ਜਿਹੜੇ ਹੈਗੇ ਨੇ ਬੜੇ ਹੀ ਰੈਵਨਿਊ ਦਿੰਦੇ ਹੈਗੇ ਨੇ। ਮੈਨੂੰ ਜਾਪਦਾ ਹੈਗਾ, ਹੋ ਸਕਦਾ ਹੈ ਗਲਤ ਵੀ ਹੋਵਾਂ, ਇਹ ਨਾ ਹੋਏ ਕਿ ਜਿਹੜੀ ਟੋਬੈਕੋ ਲੌਬੀਜ਼ ਹੈਗੀਆਂ ਨੇ, ਹਮੇਸ਼ਾ ਤੋਂ ਲੌਬਿੰਗ ਕਰਦੀ ਰਹਿੰਦੀਆਂ ਹੈਗੀਆਂ ਨੇ, ਉਹਨਾਂ ਨੇ ਕੋਈ ਇਲੈਕਸ਼ਨ ਫੰਡ ਨਾ ਦਿੱਤਾ ਹੋਏ, ਮੈਨੂੰ ਪਤਾ ਨਹੀਂ, ਮੈਂ ਪ੍ਰੂਵ ਨਹੀਂ ਕੀਤਾ ਹੈਗਾ ਅਜੇ ਤੱਕ, ਔਰ ਮੈਨੂੰ ਇਹ ਪੋਸੀਬਿਲਿਟੀ ਜਾਪਦੀ ਹੈਗੀ। ਜੀ ਨਹੀਂ, ਇਹ ਤਾਂ ਸ਼ਸ਼ੀਕਾਂਤ ਜੀ ਬੜੀ ਜ਼ਾਹਿਰ ਜੀ ਚੀਜ਼ ਹੈ। ਇੱਥੇ ਵੀ ਜਦੋਂ ਵੀ ਇਹ ਆਉਂਦਾ ਹੈ ਕਿ ਇਹਦੇ 'ਤੇ ਬੈਨਰ ਲਗਾਓ, ਇਹਦੇ 'ਤੇ ਲੇਬਲ ਲਗਾਓ ਕਿ ਦੈਟ ਇਟ ਇਜ਼ ਹਾਰਮਫੁਲ, ਬਲਕਿ ਇਹਨਾਂ ਨੇ ਬੜੇ ਸਖਤ ਜੇ, ਬੜੇ ਡਰਾਉਣੇ ਔਰ ਭਿਆਨਕ ਜੇ ਵੀ ਉਹਦੇ 'ਚ ਲੋਗੋਜ਼ ਵੀ ਲਗਾਏ ਹੈਗੇ। ਅਤੇ ਇੱਥੇ ਵੀ ਲੌਬੀ ਬੜਾ ਜ਼ਬਰਦਸਤ ਕੰਮ ਕਰਦੀ ਹੈ, ਪਰ ਸਰੋਗੇਟ ਐਡਸ ਵੀ ਆਉਂਦੇ ਹੈ। ਜਿਵੇਂ ਪਹਿਲੇ ਵਿਲਸ ਦੀਆਂ ਸ਼ਰਟਸ ਲੈ ਕੇ ਉਹਨਾਂ ਨੇ ਨਾਲ ਹੀ ਸਪੋਰਟਸ ਦੇ ਵਿੱਚ ਵੀ ਵੜਨ ਦੀ ਕੋਸ਼ਿਸ਼ ਕੀਤੀ, ਜਿਹਦੇ 'ਤੇ ਸਰਕਾਰਾਂ ਨੇ ਔਰ ਖਾਸ ਕਰਕੇ ਅਦਾਲਤਾਂ ਨੇ ਵੀ ਪਾਬੰਦੀ ਲਗਾਈ। ਪਰ ਹੁਣ ਸਰਕਾਰ ਦਾ ਇਹ ਕਹਿਣਾ ਹੈ ਕਿ ਇਹਦੇ ਨਾਲ ਬੀੜੀ, ਸਿਗਰਟ ਸਮੇਤ ਤੰਬਾਕੂ ਦੇ ਹਰ ਪਦਾਰਥ ਸਸਤੇ ਹੋ ਜਾਣਗੇ, ਇਹਦੇ ਨਾਲ ਇਹਨਾਂ ਦੀ ਵਿਕਰੀ ਵੀ ਵਧੇਗੀ ਅਤੇ ਸਰਕਾਰ ਨੂੰ ਟੈਕਸ ਵੀ ਵੱਧ ਮਿਲੇਗਾ, ਜਿਹੜਾ ਟੈਕਸ ਘਟ ਗਿਆ ਸੀਗਾ। ਇਸ ਲੌਜਿਕ ਨੂੰ ਤੁਸੀਂ ਜੇ ਜਨਤਾ ਦੇ ਉਸ ਪੱਖੋਂ ਦੇਖੀਏ ਤਾਂ ਤੁਸੀਂ ਇਹਨੂੰ ਕਿੱਦਾਂ ਲੈਂਦੇ ਹੋ? ਇਸ ਆਰਗੂਮੈਂਟ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਇਹ ਕੁਦਰਤੀ ਗੱਲ ਹੈ ਕਿ ਟੈਕਸ ਜ਼ਰੂਰ ਮਿਲੇਗਾ, ਸਰਕਾਰ ਨੂੰ ਵੱਧ ਮਿਲੇਗਾ, ਪਰ ਇਸ ਆਮਦਨ ਦੇ ਰਾਹੀਂ ਕੀ ਲੋਕਾਂ ਦੀ ਸਿਹਤ ਦੇ ਨਾਲ ਸਮਝੌਤਾ ਕੀਤਾ ਜਾ ਸਕਦਾ ਹੈ? ਇੱਕ ਸਰਕਾਰ ਦਾ ਕੀ ਫਰਕ ਹੈ? ਬਿਲਕੁਲ ਨਹੀਂ ਕੀਤਾ ਜਾ ਸਕਦਾ। ਇਹ ਗੱਲ ਤੇ ਕਹਿਣ ਵਾਲੀ ਹੈ। ਜਿਸ ਤਰ੍ਹਾਂ ਮੈਂ ਕਿਹਾ ਟੈਕਸ ਘਟਾਏ ਹੈਗੇ ਨੇ, ਟੈਕਸ ਇਹਨਾਂ ਨੂੰ ਉਸ ਕਰਕੇ ਸਰਕਾਰ ਨੂੰ ਜਿਹੜੇ ਹੈਗੇ ਨੇ ਹੋਰ ਜ਼ਿਆਦਾ ਟੈਕਸ ਮਿਲਣਗੇ, ਪਰ ਅਸਲੀ ਗੱਲ ਹੁੰਦੀ ਹੈ ਜਿਹੜੀ ਅੰਡਰ ਦਾ ਟੇਬਲ ਹੁੰਦੀ ਹੈ, ਜਿਹੜਾ ਕਿ ਇਲੈਕਸ਼ਨ ਫੰਡਸ ਮਿਲਦੇ ਹੈਗੇ ਜੀ। ਇਹ ਪੰਜਾਬ ਜਿਸ ਤਰ੍ਹਾਂ ਮੈਂ ਕਿਹਾ ਹੈਗਾ, ਇੱਥੇ ਹਮੇਸ਼ਾ ਲਗਾਤਾਰ ਮੂਵਮੈਂਟਸ ਖੜੇ ਹੁੰਦੇ ਰਹੇ ਹੈਗੇ ਨੇ ਨਸ਼ਿਆਂ ਦੇ ਖਿਲਾਫ, ਇੰਕਲੂਡਿੰਗ ਟੋਬੈਕੋ ਦੇ ਖਿਲਾਫ। ਤੁਹਾਨੂੰ ਪਤਾ ਹੈਗਾ ਇੱਕ ਵਾਰੀ ਐਂਟੀ ਟੋਬੈਕੋ ਮੂਵਮੈਂਟ ਬੜਾ ਚੱਲਿਆ ਸੀ। ਬਿਲਕੁਲ ਚੱਲੀ ਸੀ ਜੀ। ਹਾਂਜੀ, ਇਹ ਪੰਜਾਬ ਸਾਡਾ ਹੈਗਾ ਜਿਹਦੇ ਚ ਪਵਿੱਤਰ ਮਾਰਗ ਹੈਗਾ, ਜਿਹਨੂੰ ਕਹਿੰਦੇ ਹੈ ਗੁਰੂ ਗੋਬਿੰਦ ਸਿੰਘ ਮਾਰਗ ਜੀ। 2000 ਤੋਂ ਜ਼ਿਆਦਾ ਠੇਕੇ ਉਹਦੇ ਵਿੱਚ ਹੈਗੇ, ਜਿਹੜੇ ਕਿ 2000 ਤੱਕ ਤੋਂ ਅਸੀਂ 2200 ਅਸੀਂ ਕਾਊਂਟ ਕੀਤੇ ਜਦੋਂ ਅਸੀਂ ਰੈਲੀ ਕੱਢੀ ਸੀ ਜੀ। ਇਹ ਅਸਲ ਚ ਗੱਲ ਹੈਗੀ ਹੈ ਕਿ ਲਿਕਰ ਮਾਫੀਆ ਕਿੰਨਾ ਪੈਸਾ ਦਿੰਦਾ ਹੈਗਾ ਇਹਨਾਂ ਨੂੰ। ਇਲੈਕਸ਼ਨ ਆ ਰਹੇ ਹੈਗੇ ਨੇ, ਜਿਹੜਾ ਟੋਬੈਕੋ ਮਾਫੀਆ ਹੈਗਾ ਕਿੰਨਾ ਪੈਸਾ ਦਿੰਦਾ ਹੈਗਾ। ਬਾਕੀ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਤਾਂ ਹੁੰਦਾ ਹੀ ਹੈਗਾ ਕਿ ਜੀ ਸਾਨੂੰ 100 ਰੁਪਏ ਜ਼ਿਆਦਾ ਟੈਕਸ ਮਿਲ ਰਿਹਾ ਹੈਗਾ ਤੇ ਇਸ ਕਰਕੇ ਪੰਜਾਬ ਦੀ ਇਕਨੋਮੀ ਮਾੜੀ ਹੋ ਰਹੀ ਹੈਗੀ, ਸਾਨੂੰ ਕਹਿੰਦੇ ਹੈਗੇ ਨੇ ਫ੍ਰੀ ਕਰਦੇ ਹੋ ਤੁਸੀਂ। ਹਾਂਜੀ ਫ੍ਰੀ ਕਰਦੇ ਹੋ, ਬਿਜਲੀ ਹੋਏਗੀ ਤੁਹਾਨੂੰ ਟੈਕਸ ਮਿਲੇਗਾ, ਲੋਕੀ ਮਰਦੇ ਹੈਗੇ ਨੇ, ਮਰਨ ਦਿਓ ਜੀ।
ਅੱਛਾ, ਤੁਸੀਂ ਇਹਨੂੰ ਇਸ ਕਿੰਨਾ ਕੁ ਸਮਝਦੇ ਹੋ ਗੰਭੀਰ, ਕਿਉਂਕਿ ਜਿਹੜੀ ਸਕੀਮ ਸਰਕਾਰ ਦੀ ਹੈ ਟobacco ਟੈਕਸ ਦਾ, ਉਹਦੇ 'ਚ ਇਹ ਹੈ ਕਿ ਜਿਹੜਾ ਟੈਕਸ ਸਾਨੂੰ ਇਕੱਠਾ ਹੁੰਦਾ ਹੈ ਉਹਦੇ 'ਚੋਂ ਕੁਝ ਹਿੱਸਾ ਅਸੀਂ ਦਿੰਦੇ ਹਾਂ ਜਿਹੜਾ ਕੈਂਸਰ ਦੇ ਇਲਾਜ ਦੇ ਉੱਤੇ ਇਸਤੇਮਾਲ ਹੁੰਦਾ ਹੈ। ਇਸੇ ਤਰੀਕੇ ਨਾਲ ਸ਼ਰਾਬ ਦੇ ਉੱਤੇ ਜਿਹੜਾ ਟੈਕਸ ਲੱਗਦਾ ਹੈ ਉਹ ਅਸੀਂ ਦਿੰਦੇ ਹਾਂ ਤਾਂ ਕਿ ਬੱਚਿਆਂ ਨੂੰ ਸਕੂਲ ਦੀਆਂ ਕਿਤਾਬਾਂ ਕਾਪੀਆਂ ਦੇ ਸਕੇ। ਮੈਨੂੰ ਯਾਦ ਹੈ ਇੱਕ ਕਿਸੇ ਬੱਚੇ ਦਾ ਕਾਰਟੂਨ ਸੀਗਾ, ਉਹ ਕਹਿ ਰਿਹਾ ਆਪਣੇ ਫਾਦਰ ਨੂੰ, ਬਾਪ ਨੂੰ ਕਹਿ ਰਿਹਾ ਕਿ ਪਾਪਾ ਅੱਜ ਤੁਸੀਂ ਠੇਕੇ ਜ਼ਰੂਰ ਜਾਣਾ, ਮੈਨੂੰ ਇੱਕ ਕਾਪੀ ਹੋਰ ਮਿਲ ਜਾਏਗੀ ਸਕੂਲੋਂ। ਸੋ ਇਹ ਤਰੀਕਾ, ਇਹ ਘੁਮਾ ਕੇ ਸਿਗਰਟ ਦੇ ਉੱਤੇ ਟੈਕਸ ਘਟਾ ਕੇ ਉਸ ਟੈਕਸ ਦੇ ਨਾਲ ਕੈਂਸਰ ਦੀ ਟ੍ਰੀਟਮੈਂਟ ਲਈ ਯੂਜ਼ ਕਰਨਾ, ਇਹ ਸਾਰੀ ਘੁੰਮਣ ਘੇਰੀ ਤੁਸੀਂ ਇਹਨੂੰ ਕਿੱਦਾਂ ਦੇਖ ਰਹੇ ਹੋ? ਮੈਂ ਤਾਂ ਦੱਸ ਰਿਹਾ ਹੈਗਾ, ਇਹ ਤਾਂ ਜਨਤਾ ਨੂੰ ਮੂਰਖ ਬਣਾਉਣ ਦੇ ਤਰੀਕੇ ਹੈਗੇ ਨੇ। ਅਸਲੀ ਕਹਾਣੀ ਦੂਜੀ ਹੁੰਦੀ ਹੈ ਕਿ ਅੰਡਰ ਦ ਟੇਬਲ ਕਿੰਨਾ ਤੁਹਾਨੂੰ ਫੰਡ ਮਿਲਿਆ ਹੈਗਾ, ਚਾਹੇ ਇਲੈਕਸ਼ਨ ਫੰਡ ਦੇ ਨਾਂ ਤੇ ਜਾਂ ਕੋਈ ਹੋਰ ਫੰਡ ਜਿਹੜਾ ਹੈਗਾ। ਕੱਲ ਤੁਸੀਂ ਠੀਕ ਹੈਗਾ ਟੈਕਸ ਦੇ ਨਾਂ ਤੁਸੀਂ ਮੋਰ ਜ਼ਿਆਦਾ ਟੈਕਸ ਹੋਰ ਵਧਾ ਦਿਓ। ਟੈਕਸ ਹੁੰਦਾ ਹੈਗਾ, ਸੁਣਿਆ ਹੈਗਾ ਉਹਨੇ ਵੀ। ਸਾਗ ਦੇ ਟੈਕਸ ਹੈਗਾ, ਸਬਜ਼ੀ ਦੇ ਟੈਕਸ ਲਾ ਦਿਓ, ਜਿਹੜੇ ਸੀ ਆਪਣੀ ਸਾਡੀ ਬਰੀਥਿੰਗ ਟੈਕਸ ਲਾ ਦਿਓ, ਕਿੰਨੀ ਸਾਂਸ ਲਿੱਤੀਆਂ ਹੈਗੀਆਂ ਉਹਦੇ ਟੈਕਸ ਲਾ ਦਿਓ। ਦੈਟ ਇਜ਼ ਆਲ ਸਟੂਪਿਡਿਟੀ, ਦੈਟ ਇਜ਼ ਜਸਟ ਵੇਸਟ। ਇਹ ਤਰੀਕੇ ਹੈਗੇ ਜਨਤਾ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਬੇਵਕੂਫ ਬਣਾਉਣਾ। ਕਹਾਣੀਆਂ ਅਸਲ ਦੇ ਵਿੱਚ ਮੇਰੇ ਸਰਕਾਰ ਦਾ ਹਿੱਸਾ ਰਹਿ ਚੁੱਕਿਆ ਹੈਗਾ, ਕਹਾਣੀਆਂ ਅਸਲ 'ਚ ਕੋਈ ਹੋਰ ਹੀ ਹੁੰਦੀਆਂ ਹੈਗੀਆਂ। ਸਾਰੀ ਕਹਾਣੀਆਂ ਖਾਸ ਕਰ ਇਹ ਸਰਕਾਰ ਦੇ ਵਿੱਚ ਦੇ ਆਲ ਰਿਵੋਲਵ ਅਰਾਊਂਡ ਮਨੀ। ਮੈਂ ਇਹਦੇ ਵਿੱਚ ਇੱਕ ਅਖੀਰਲਾ ਜਿਹੜਾ ਇਕਨੋਮਿਕ ਔਰ ਜਿਹੜਾ ਜਿਸ ਨੂੰ ਲਿਆ ਜਾਂਦਾ ਹੈ ਕਿ ਇਹ ਵੇਖਿਆ ਗਿਆ ਹੈ ਕਿ ਜਦੋਂ ਟੈਕਸ ਦੇ ਇਹਦਾ ਇਸ ਤੋਂ ਪਹਿਲੇ ਕੁੱਲ ਆਮਦਨ ਟੈਕਸ ਦੀ ਜਿਹੜੀ ਸੀ ਉਹ 120 ਕਰੋੜ ਸੀ, ਜਿੱਥੇ ਹਜ਼ਾਰਾਂ ਕਰੋੜ ਰੁਪਏ ਦਾ ਬਜਟ ਹੈ, 120 ਕਰੋੜ ਰੁਪਇਆ ਨਗੂਣੀ ਜੀ ਇੱਕ ਹੈਗੀ ਹੈ। ਤੇ ਉਹਦੇ 'ਚ ਕਿੰਨਾ ਕੁ ਫਰਕ ਪੈ ਜਾਏਗਾ ਜੇ 10, 20, 30, 40 ਕਰੋੜ ਅਗਰ ਫਰਕ ਪੈ ਵੀ ਜਾਂਦਾ ਹੈ। ਇੰਨੇ ਵੱਡੇ ਵੱਡੇ ਪ੍ਰੋਜੈਕਟ ਸਰਕਾਰ ਲਾਉਂਦੀ ਹੈ ਤੇ ਇਹਨਾਂ ਨੂੰ ਚਾਹੀਦਾ ਨਹੀਂ ਕਿ ਇਸ ਦਾ ਕੋਈ ਹੋਰ ਅਲਟਰਨੇਟਿਵ ਬਦਲ ਲੱਭ ਲੈਣ। ਬਿਲਕੁਲ ਠੀਕ ਹੈ, ਪਰ ਸ਼ਾਇਦ ਮੇਰੇ ਖਿਆਲ 'ਚ ਜਾਪਦਾ ਬਦਕਿਸਮਤੀ ਹੈਗੀ ਹੈ ਕਿ ਸਾਡੀ ਇੱਕ ਪੰਥਕ ਸਰਕਾਰ ਗੈਰ ਪੰਥਕ ਤਰੀਕੇ ਨਾਲ ਹੀ ਪੈਸਾ ਲੋਕਾਂ ਨੂੰ ਨਜ਼ਰਾਂ 'ਚ ਕਮਾਉਣਾ ਚਾਹੁੰਦੀ ਹੈਗੀ ਔਰ ਆਪਣੇ ਘਰ ਅੰਦਰ ਦੇ ਟੇਬਲ ਲੈ ਕਰਕੇ ਉਹਦੇ ਕਰਕੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਕੀ ਹੁੰਦਾ ਹੈਗਾ। ਸ਼ਸ਼ੀਕਾਂਤ ਜੀ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਇੰਨੀ ਇੰਪੋਰਟੈਂਟ ਜਾਣਕਾਰੀ ਦੇ ਰਹੇ ਹੋ ਸਾਨੂੰ। ਇੱਕ ਛੋਟਾ ਜਿਹਾ ਵਕਫਾ ਲੈਣਾ ਪੈਣਾ, ਉਸ ਤੋਂ ਬਾਅਦ ਸਾਨੂੰ ਤੁਸੀਂ ਇਹ ਦੱਸਣਾ ਕਿ ਹੁਣ ਆਮ ਜਨਤਾ ਸਮਾਜਿਕ ਸੰਸਥਾਵਾਂ ਜਾਂ ਧਾਰਮਿਕ ਸੰਸਥਾਵਾਂ ਇਹਦੇ 'ਚ ਕੀ ਰੋਲ ਅਦਾ ਕਰ ਸਕਦੀਆਂ, ਕੀ ਕੁਝ ਹੋ ਸਕਦਾ ਹੈ, ਜਾਂ ਸਰਕਾਰ ਹੀ ਸਰਵੇ ਜੋ ਫੈਸਲਾ ਹੋ ਗਿਆ ਹੁਣ ਅੰਤਮ ਹੈ ਔਰ ਲੋਕਾਂ ਨੂੰ ਹੁਣ ਸਰਕਾਰ ਉਹਨਾਂ ਦੇ ਕੈਂਸਰ ਦੇ ਇਲਾਜ ਲਈ ਇਸ ਦੇ ਵਿੱਚੋਂ ਹੋਈ ਆਮਦਨ ਦੇ ਵਿੱਚੋਂ ਉਹਨਾਂ 'ਤੇ ਖਰਚ ਕਰੇਗੀ। ਇਹ ਸਰਕਾਰ ਦੀ ਯਕੀਨ ਦਵਾਉਂਦੀ ਹੈ। ਸੋ ਇੱਕ ਵਕਫੇ ਦੇ ਬਾਅਦ ਮੁੜ ਹਾਜ਼ਰ ਹੋਣੇ ਆ, ਤੁਸੀਂ ਕਿਰਪਾ ਕਰਕੇ ਲਾਈਨ 'ਤੇ ਬਣੇ ਰਹਿਣਾ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਸਾਬਕਾ DGP ਪ੍ਰਿਜ਼ਨਸ ਪੰਜਾਬ ਸ਼੍ਰੀ ਸ਼ਸ਼ੀਕਾਂਤ ਜੀ ਸਾਡੇ ਨਾਲ ਜੁੜੇ ਹਨ, ਜੋ ਕਿ ਖੁਦ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜੁੜੇ ਹੋਏ ਹਨ ਔਰ ਹੁਣ ਐਜ਼ ਐਨ ਐਕਟਿਵਿਸਟ ਵੀ ਕੰਮ ਕਰ ਰਹੇ ਹਨ। ਸੋ ਸ਼ਸ਼ੀਕਾਂਤ ਜੀ, ਇੱਕ ਵਾਰ ਮੁੜ ਤੁਹਾਡਾ ਸਵਾਗਤ ਹੈ। ਅਤੇ ਤੁਹਾਡੇ ਕੋਲੋਂ ਜਿਹੜੀ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਪੰਜਾਬ ਦਾ ਇੱਕ ਆਮ ਸ਼ਹਿਰੀ ਜਾਂ ਇੱਥੋਂ ਦੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਕੀ ਕੁਝ ਕਰ ਸਕਦੀਆਂ ਜਾਂ ਕੇਵਲ ਸਰਕਾਰ ਤੇ ਰਾਜਨੀਤਿਕ ਦਲਾਂ ਦੇ ਉੱਤੇ ਹੀ ਨਿਰਭਰ ਕਰਨ? ਇਹਦੇ ਤੇ ਉਹਨਾਂ ਦੇ ਆਪਣਾ ਕੀ ਇੱਛਾ ਸ਼ਕਤੀ ਹੈਗੀ ਹੈ ਸੰਸਥਾਵਾਂ ਦੀਆਂ, ਇੰਡੀਵਿਜੂਅਲਸ ਦੀਆਂ, ਉਹਦੇ ਤੇ ਡਿਪੈਂਡ ਕਰਦਾ ਹੈਗਾ। ਜੇ ਉਹ ਸਮਝਦੇ ਹੈਗੇ ਨੇ, ਇੱਕ ਆਮ ਇਨਸਾਨ ਸਮਝਦਾ ਹੈਗਾ ਕਿ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਆਪਣੀ ਨਹੀਂ ਹੈਗੀ, ਉਹ ਆਪਣੀ ਜ਼ਿੰਦਗੀ ਦੀ ਸੁਰੱਖਿਆ ਆਪ ਨਹੀਂ ਕਰ ਸਕਦੇ ਹੈਗੇ ਆ, ਆਪਣੀ ਜ਼ਿੰਦਗੀ ਉਹਨਾਂ ਦਾ ਜਿਹੜਾ ਪਰਿਵਾਰ ਦੀ ਨਹੀਂ ਹੈਗੀ ਹੈ, ਸਰਕਾਰ ਹੀ ਕਰੇਗੀ, ਤਾਂ ਤੇ ਇਹਦੇ 'ਚ ਕੁਛ ਨਹੀਂ ਕਹਿ ਸਕਦਾ ਹੈਗਾ ਬੰਦਾ। ਸ਼ਾਇਦ ਇਹ ਗਲਤ ਹੈਗੀ, ਕੰਮ ਸਰਕਾਰਾਂ ਦਾ ਹੀ ਹੈਗਾ, ਇੰਡੀਵਿਜੂਅਲਸ ਦਾ ਇੱਕੋ ਹੀ ਕੰਮ ਹੈਗਾ ਹੈ ਕਿ ਜਿਸ ਤਰ੍ਹਾਂ ਮਰਦੇ ਹੈਗੇ ਉਹ ਮਰਦੇ ਰਹੋ। ਪਰ ਜੇ ਉਹ ਚੇਤਨ ਹੈਗੇ ਨੇ, ਜੇ ਇਹਨਾਂ ਦੇ ਵਿਚਕਾਰ ਕੁਝ ਇਸ ਤਰ੍ਹਾਂ ਦੀ ਭਾਵਨਾ ਹੈਗੀ ਆਪਣੇ ਲਈ, ਆਪਣੇ ਪਰਿਵਾਰਾਂ ਦੇ ਲਈ, ਆਪਣੀ ਸੁਸਾਇਟੀ ਲਈ ਕੁਝ ਕਰਨ ਲਈ, ਤੇ ਇਸ ਇਸ਼ੂ ਤੇ ਲੋਕਾਂ ਨੂੰ ਲਾਮਬੰਦ ਹੋਣ ਦੀ ਲੋੜ ਹੈਗੀ ਹੈ ਤਾਂ ਕਿ ਸਰਕਾਰ ਨੂੰ ਫੋਰਸ ਕੀਤਾ ਜਾਵੇ। ਇਹੀ ਸਰਕਾਰ ਨਹੀਂ, ਵੱਖ-ਵੱਖ ਸਰਕਾਰਾਂ ਜਿਹੜੀ ਹੈਗੀਆਂ ਨੇ ਸਮਾਂ ਤੇ ਆਈ, ਕਈ ਵਾਰੀ ਉਹਨਾਂ ਨੇ ਗਲਤ ਫੈਸਲੇ ਲਿੱਤੇ ਹੈਗੇ ਨੇ ਜਿਹਦੇ ਵਿੱਚ ਲੋਕਾਂ ਦਾ ਇੱਕ ਸਲਾਬ ਖੜਾ ਹੋ ਗਿਆ ਸੀ। ਸਰਕਾਰ ਨੂੰ ਗਲਤ ਫੈਸਲੇ ਜਿਹੜੇ ਹੈਗੇ ਨੇ ਉਹ ਵਾਪਸ
ਲੈਣ ਦੀ ਲੋੜ ਪਈ ਸੀ, ਉਹਨਾਂ ਨੂੰ ਲੈਣੇ ਪਏ ਸੀ। ਪਰ ਅਨਫੋਰਚੂਨੇਟਲੀ ਬਦਕਿਸਮਤੀ ਪੰਜਾਬ ਵੀ ਸ਼ਾਇਦ ਇੱਕ ਬੜੀ ਵਿਰਲੀ ਜਿਹੀ ਸਟੇਟ ਹੈਗੀ ਜਿੱਥੇ ਕਿ ਲੋਕੀ ਬਸ ਆਪਣਾ ਸੁਣਦੇ ਹੀ ਰਹਿੰਦੇ ਹੈਗੇ ਨੇ। ਸਹੀ ਫੈਸਲੇ ਹੋ ਗਏ, ਗਲਤ ਫੈਸਲੇ ਹੋ ਗਏ, ਕੁਝ ਬੋਲਣਾ ਨਹੀਂ, ਕੋਈ ਕੁਛ ਨਹੀਂ। ਜਦੋਂ ਇਹ ਫੈਸਲਾ ਹੋਇਆ ਸੀ ਮੈਨੂੰ ਜਾਪਿਆ ਸੀ ਕਿ ਅਗਲੇ ਦਿਨ ਤੋਂ ਹੀ ਇੱਕ ਸੈਲਾਬ ਜਿਹਾ ਖੜਾ ਹੋ ਜਾਏਗਾ ਇਸ ਇਸ਼ੂ ਦੇ ਉੱਤੇ। ਪੂਰੀ ਇੱਕ ਕੌਮ ਜਿਹੜੀ ਹੈਗੀ ਆਪਣੀ ਇੱਕ ਵਾਰ ਜਾਗਰਤ ਹੋ ਜਾਏਗੀ, ਜਗ ਜਾਏਗੀ। ਪਰ ਜਿਸ ਤਰ੍ਹਾਂ ਅੱਜ ਤੱਕ ਕੋਈ ਬੋਲਿਆ ਹੀ ਨਹੀਂ ਹੈਗਾ। ਤੁਸੀਂ ਵਿਦੇਸ਼ 'ਚ ਬਹਿ ਕੇ ਜਿਹੜਾ ਪੰਜਾਬੀਆਂ ਦਾ ਹਿੱਤ ਵੇਖ ਕਰਕੇ ਉਹਦੇ ਬਾਰੇ ਵਿਚਾਰ ਕਰਕੇ ਤੁਸੀਂ ਇਸ ਇਸ਼ੂ ਨੂੰ ਰੇਜ਼ ਕੀਤਾ ਹੈਗਾ। ਅਨਫੋਰਚੂਨੇਟਲੀ ਪੰਜਾਬ ਦੇ ਵਿੱਚ ਕਿਸੇ ਨੇ ਇਸ ਇਸ਼ੂ ਨੂੰ ਅਜੇ ਤੱਕ ਰੇਜ਼ ਨਹੀਂ ਕੀਤਾ ਹੈਗਾ ਸਿਵਾਏ ਇੱਕੀ ਦੁੱਕੀ ਸੰਸਥਾਵਾਂ ਨੇ। ਜੀ ਜੀ ਸ਼ਸ਼ੀਕਾਂਤ ਜੀ, ਮੈਂ ਅਖੀਰ ਵਿੱਚ ਸਿਰਫ ਇੱਕ ਗੱਲ ਕਹਿਣਾ ਚਾਹੁੰਦਾ। ਤੁਸੀਂ ਕਿਹਾ ਸਰਕਾਰਾਂ ਨਹੀਂ ਕਰਦੀਆਂ, ਸਾਡੇ ਕੋਲ ਇੱਕ ਸੱਚੀ ਸਰਕਾਰ ਵੀ ਹੈ ਔਰ ਉਸ ਸੱਚੀ ਸਰਕਾਰ ਨੇ ਤਾਂ 300 ਸਾਲ ਪਹਿਲੇ ਇਹਨੂੰ ਬਜਰ ਕੁਰੈਤ ਵਿੱਚ ਸ਼ਾਮਲ ਕਰ ਦਿੱਤਾ ਔਰ ਜਿਸ ਨੇ ਇਸ ਨੂੰ ਜਗਤ ਝੂਠ ਕਹਿ ਕੇ ਇਸ ਤੋਂ ਹਮੇਸ਼ਾ ਲਈ ਬਚਾ ਦਿੱਤਾ। ਸਾਡੇ ਕੋਲ ਤਾਂ ਉਹ ਸਦੀਵੀ ਹੁਕਮਨਾਮਾ ਹੈ ਜਿਹੜਾ ਕਿ ਨਾ ਤਾਂ ਕਿਸੇ ਸਮੇਂ ਦੀ ਹੱਦਬੰਦੀ ਵਿੱਚ ਹੈ, ਨਾ ਕਿਸੇ ਦੇਸ਼ ਦੀ ਸੀਮਾ ਦੇ ਵਿੱਚ ਬੱਧ ਹੈ। ਅਤੇ ਇਸ ਦੇ ਬਾਵਜੂਦ ਪੰਜਾਬ ਦੇ ਵਿੱਚ ਹੋ ਜਾਣਾ ਤਾਂ ਬਹੁਤ ਹੀ ਮੰਦਭਾਗਾ ਹੈ ਜਦੋਂ ਧਾਰਮਿਕ ਤੌਰ 'ਤੇ ਇਹਨੂੰ ਬਜਰ ਕੁਰੈਤ ਕਹਿ ਕੇ ਰੋਕ ਦਿੱਤਾ ਗਿਆ। ਔਰ ਇਹ ਬੜੀ ਖੁਸ਼ਕਿਸਮਤੀ ਕਹੀ ਜਾਏ ਕਿ ਉਸ ਦੇ ਨਾਲ ਇੱਕ ਬੜੀ ਵੱਡੀ ਗਿਣਤੀ ਜਿਹੜੀ ਹੈ ਦੇਸ਼ ਦੀ ਉਹ ਇਸ ਤੋਂ ਹਮੇਸ਼ਾ ਲਈ ਬਚ ਗਈ। ਪਰ ਫਿਰ ਇਸ ਦੇ ਬਾਵਜੂਦ ਅਸੀਂ ਲੋਕਾਂ ਨੂੰ ਨਾ ਦੱਸ ਸਕੀਏ ਤੇ ਤੁਸੀਂ ਲੱਗਦਾ ਹੈ ਕਿ ਧਾਰਮਿਕ ਸੰਸਥਾਵਾਂ ਅਗਰ ਧਾਰਮਿਕ ਤੌਰ 'ਤੇ ਵੀ ਦੇ ਅੱਗੇ ਆ ਕੇ ਕੁਝ ਕਰਨ ਤੇ ਉਹਦਾ ਅਸਰ ਹੋ ਸਕਦਾ? ਬਿਲਕੁਲ ਹੋ ਸਕਦਾ, ਪਰ ਮੈਨੂੰ ਜਾਪਦਾ ਹੈਗਾ ਕਿ ਬਦਕਿਸਮਤੀ ਦੇ ਨਾਲ ਸਾਡੇ ਧਾਰਮਿਕ ਸੰਸਥਾਵਾਂ ਜਿਹੜੀ ਹੈਗੀਆਂ ਨੇ ਉਹ ਵੀ ਸ਼ਾਇਦ ਜਿਹੜੀ ਕਿ ਫੈਕਟਸ ਹੈਗੇ ਨੇ, ਜਿਹੜੀ ਗੱਲਾਂ ਗੁਰੂ ਮਹਾਰਾਜ ਸਾਹਿਬ ਨੇ ਕਹੀਆਂ ਹੈਗੀਆਂ ਨੇ, ਸ਼ਾਇਦ ਉਹ ਵੀ ਭੁੱਲ ਗਏ ਹੈਗੇ ਨੇ। ਇਹ ਜਿਹੜਾ ਹੈਗਾ ਹੈ ਤੰਬਾਕੂ ਹੈਗਾ ਹੈ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਸਨ ਸੱਚੇ ਪਾਤਸ਼ਾਹ, ਉਹਨਾਂ ਦਾ ਘੋੜਾ ਵੀ ਉਸ ਫੀਲਡ ਤੇ ਜਾਣ ਤੋਂ ਗੁਰੇਜ਼ ਕਰ ਗਿਆ ਜੀ ਜੀ। ਪਰ ਇਹ ਗੱਲ ਜਿਹੜੀ ਹੈਗੀ ਘੋੜੇ ਨੂੰ ਪਤਾ ਸੀ, ਪਰ ਅੱਜ ਕੱਲ੍ਹ ਦੀ ਸਾਡੀ ਜਿਹੜੀ ਸੰਸਥਾਵਾਂ ਹੈਗੀਆਂ, ਲੋਕੀ ਜਿਹੜੇ ਹੈਗੇ ਨੇ ਉਹ ਇਸ ਗੱਲ ਨੂੰ ਭੁੱਲ ਗਏ ਜੀ। ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਤੇ ਜਿਹੜਾ ਮਾਰਗ ਬਣਿਆ ਹੈਗਾ ਹੈ ਗੁਰੂ ਗੋਬਿੰਦ ਸਿੰਘ ਜੀ ਮਾਰਗ, ਉਹਦੇ ਜਿਸ ਸਮੇਂ 2000 ਤੋਂ ਜ਼ਿਆਦਾ ਠੇਕੇ ਹੈਗੇ ਨੇ। ਲੋਕੀ ਜਿਹੜੇ ਹੈਗੇ ਨੇ ਉਹਦੇ ਤੋਂ ਵੀ ਅੱਖ ਬੰਦ ਕਰਕੇ ਬੈਠੇ ਹੋਏ ਹੈਗੇ ਨੇ ਜੀ ਜੀ। ਅੰਮ੍ਰਿਤਸਰ ਜਿਸ ਪਵਿੱਤਰ ਸ਼ਹਿਰ ਦੇ ਵਿੱਚ ਗੋਲਡਨ ਟੈਂਪਲ, ਦਰਬਾਰ ਸਾਹਿਬ, ਹਰਮੰਦਰ ਸਾਹਿਬ ਕੁਛ ਵੀ ਕਹਿ ਲਿਓ, ਉਹਦੀ ਜਿਹੜੀ ਪੈਰੀਫਰੀ ਹੈਗੀ ਹੈ ਉਹਦੇ ਚ ਪੈਰੀਫਰੀ ਦੇ ਕਰੀਬ 1 ਕਿਲੋਮੀਟਰ ਦੇ ਵਿਚਕਾਰ ਹੀ ਇੰਨੇ ਜ਼ਿਆਦਾ ਟੋਬੈਕੋ ਦੇ ਗੋਡਾਊਨਸ ਹੈਗੇ ਨੇ ਕਿ ਹੱਦ ਨਹੀਂ। ਅਸੀਂ ਇਹ ਗੱਲ ਜਿਹੜੀ ਹੈਗੀ ਹੈ ਜਥੇਦਾਰ ਸਾਹਿਬ ਦੇ ਨੋਟਿਸ ਵਿੱਚ ਜਦੋਂ ਅਸੀਂ ਸਾਡਾ ਵਫਦ ਗਿਆ ਸੀ ਉਹਨਾਂ ਦੇ ਨੋਟਿਸ ਵਿੱਚ ਲਿਆਏ ਸੀ ਅਸੀਂ ਜੀ ਜੀ। ਪਰ ਬਦਕਿਸਮਤੀ ਹੈਗੀ ਹੈ ਕਿ ਅਜੇ ਤੱਕ ਕਿਸੇ ਵੀ ਪਾਸੇ ਇਸ ਤਰ੍ਹਾਂ ਦੀ ਜਿਹੜੀ ਗੱਲਾਂ ਹੈਗੀਆਂ ਨੇ ਜੀ ਸਰਕਾਰ ਵੱਲੋਂ ਇਸ ਪਾਸੇ ਕੁਝ ਕਾਰਵਾਈ ਨਹੀਂ ਹੋਈ ਹੈਗੀ ਹੈ। ਠੀਕ ਹੈ। ਕੱਲ ਮੈਂ ਤੁਹਾਨੂੰ ਦੱਸਾਂ ਇੱਕ ਥੋੜਾ ਟੇਢਾ ਜਾ ਰਿਹਾ ਹੈਗਾ। ਕੱਲ ਮੈਂ ਇੱਥੇ ਆਇਆ ਹੋਇਆ ਹੈ ਲੁਧਿਆਣੇ ਮੀਟਿੰਗਸ ਕੱਲ ਕਿਸੇ ਦਾ ਕੋਈ ਵਿਆਹ ਸੀ, ਮੈਨੂੰ ਇੱਕ ਮਿੱਤਰ ਕਹਿਣ ਲੱਗਾ ਵਿਆਹ ਦੇ ਵਿੱਚ ਚਲੋ। ਵਿਆਹ ਦੇ ਵਿੱਚ ਗਏ, ਉੱਥੇ ਕੋਈ ਸ਼ਰਾਬੀ ਜਿਹਾ ਟੱਕਰ ਗਿਆ ਮੈਨੂੰ। ਉਹ ਕਹਿੰਦਾ ਜੀ ਪੰਜਾਬ ਦੇ ਵਿੱਚ ਕੋਈ ਸ਼ਰਾਬ ਹੁੰਦੀ ਹੈਗੀ ਹੈ, ਵੋਡਕਾ ਹੁੰਦੀ ਹੈ ਕਿ ਜੀ ਪੰਜਾਬ ਦੇ ਵਿੱਚ ਉਹ ਨਹੀਂ ਮਿਲਦੀ ਹੈਗੀ। ਜਿਵੇਂ ਕੋਈ ਸਰਕਾਰੀ ਬੰਦਾ ਹੈਗਾ ਉਹ ਇਹਦੇ ਚ ਲੱਗਿਆ ਹੈਗਾ ਕਿ ਸਾਨੂੰ ਜੀ ਪੂਰੀ ਇਹਦੀ ਜਿਹੜੀ ਹੈਗੀ ਡੀਲਰਸ਼ਿਪ ਸਾਨੂੰ ਮਿਲਣੀ ਚਾਹੀਦੀ ਹੈਗੀ। ਬਦਕਿਸਮਤੀ ਹੈਗੀ ਹੁਣ ਤੰਬਾਕੂ ਦੇ ਉੱਤੇ, ਸ਼ਰਾਬਾਂ ਦੇ ਉੱਤੇ ਜਿਹੜੇ ਬੰਦੇ ਸਰਕਾਰਾਂ ਚ ਬੈਠੇ ਹੈਗੇ ਨੇ ਉਹ ਆਪਣਾ ਫਾਇਦਾ ਭਾਲਣ। ਜਨਤਾ ਦਾ ਮਰਦੀ ਹੈਗੀ ਹੈ, ਮਰਨ ਦਿਓ, ਉਹਨਾਂ ਨੂੰ ਕੈਂਸਰ ਹੁੰਦਾ ਹੈ, ਹੋਣ ਦਿਓ, ਦੁੱਖ ਦੀ ਗੱਲ ਹੈਗੀ ਹੈ। ਪਰ ਠੀਕ ਹੈਗਾ, ਸ਼ਾਇਦ ਵਾਹਿਗੁਰੂ ਜੀ ਮਹਾਰਾਜ ਇਹ ਚਾਹੁੰਦੇ ਹੈਗੇ ਨੇ ਕਿ ਜਿਹੜੀ ਇੱਕ ਇਸ ਤਰ੍ਹਾਂ ਦੀ ਕੌਮ ਹੈਗੀ ਹੈ ਜਿਹੜਾ ਕਿ ਜਿਹਦੇ ਚ ਅਣਖ ਸੀ, ਜਿਹਦੇ ਸਭ ਕੁਝ ਮਰਨਾ ਚਾਹੁੰਦੀ ਹੈ, ਉਸ ਕੌਮ ਨੇ ਜੇ ਮਰਨਾ ਹੈਗਾ, ਜੇ ਇਸ ਤਰ੍ਹਾਂ ਲਿਖਿਆ ਹੈਗਾ ਵਿਧਾਨ ਦੇ ਵਿੱਚ ਹੈਗਾ ਤੇ ਕੌਣ ਰੋਕ ਸਕਦਾ ਹੈਗਾ ਉਹਨੂੰ। ਠੀਕ ਹੈ। ਤੁਹਾਡੀ ਚਿੰਤਾ ਲਈ ਔਰ ਤੁਹਾਡੀ ਜਾਣਕਾਰੀ ਦੇਣ ਲਈ ਅਸੀਂ ਤੁਹਾਡੇ ਬਹੁਤ ਮਸ਼ਕੂਰ ਹਾਂ। ਬਹੁਤ ਬਹੁਤ ਧੰਨਵਾਦ ਸ਼ਸ਼ੀਕਾਂਤ ਜੀ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸੋ ਪਿਆਰੇ ਦਰਸ਼ਕੋ, ਇਹ ਸਨ ਸ਼੍ਰੀ ਸ਼ਸ਼ੀਕਾਂਤ ਜੀ, ਸਾਬਕਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਪ੍ਰਿਜ਼ਨਸ ਦੇ। ਤੁਸੀਂ ਆਪਣੇ ਵਿਚਾਰ ਜ਼ਰੂਰ ਸਾਨੂੰ ਦਿਓ, ਤੁਸੀਂ ਕੀ ਸੋਚਦੇ ਹੋ ਇਸ ਮਸਲੇ ਦੇ ਉੱਤੇ। ਹੈਲੋ, ਹਾਂਜੀ, ਭਾਈ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਸਾਡੇ ਮੁਲਕ ਇੱਥੇ ਅਮਰੀਕਾ ਤੇ ਇੰਡੀਆ 'ਚ ਕਿੰਨਾ ਫਰਕ ਹੈ ਜੀ। ਇੱਥੇ ਪਹਿਲਾਂ 2010 ਵਿੱਚ ਜੀ ਇੱਕ ਸਿਗਰਟ ਦੀ ਕੀਮਤ 5 ਰੁਪਏ ਹੁੰਦੀ ਸੀ ਹਾਂਜੀ, ਔਰ ਅੱਜ ਜਿਹੜੀ ਹੈ ਕਿ 9 ਰੁਪਏ ਕਿੰਨੇ ਪੈਸੇ ਹੋ, ਕਿੰਨੇ ਡਾਲਰ ਹੋ ਗਈ, 9 ਰੁਪਏ ਕਿੰਨੇ ਸੈਂਟ ਹੋ ਗਈ ਜੀ ਜੀ। ਉਹਨਾਂ ਨੇ ਇਸ ਕਰਕੇ ਮਹਿੰਗੀ ਕੀਤੀ ਹੈ ਕਿ ਸਾਡੀ ਜਿਹੜੀ ਜਨਤਾ ਹੈ ਉਹ ਘੱਟ ਪੀਵੇ ਤੇ ਘੱਟ ਬਿਮਾਰੀਆਂ ਤੋਂ ਬਚੇ ਜੀ ਜੀ ਜੀ। ਸਾਡਾ ਮੁਲਕ ਉਹ ਵੇ
ਕਿ ਉਹਨੂੰ ਸਸਤਾ ਕਰਕੇ ਕਹਿੰਦੇ ਹੋ ਜ਼ਿਆਦਾ ਮਰੋ, ਜਿੰਨੇ ਪੀ ਸਕਦੇ ਹੋ ਬਿਮਾਰੀਆਂ 'ਚ ਭਰੋ। ਅੱਗੇ ਹੀ ਉੱਥੇ ਕੈਂਸਰ ਇੰਨਾ ਹੈਗਾ, ਪੁੱਛੋ ਕੋਈ ਨਹੀਂ, ਤੇ ਹੋਰ ਇੰਨਾ ਤੰਬਾਕੂ ਖਵਾ ਕੇ ਸਸਤਾ ਲੋਕਾਂ ਨੂੰ ਹੋਰ ਕੋਈ ਕੈਂਸਰ ਕਰਵਾਉਣਗੇ। ਜੀ ਜੀ ਜੀ, ਠੀਕ ਹੈ ਭਸੀਨ ਸਾਹਿਬ, ਤੁਹਾਡੇ ਵਿਚਾਰ ਜਿਹੜੀ ਹੁਕੂਮਤ ਹੈ ਉਹ ਮਹਿੰਗਾ ਕਰਕੇ ਟੈਕਸ ਜ਼ਿਆਦਾ ਕਲੈਕਸ਼ਨ ਕਰਦੀ ਹੈ। ਜੀ ਜੀ, ਤੇ ਸਾਡੇ ਵਾਲੇ ਸਸਤੇ ਕਰਕੇ ਕਹਿੰਦੇ ਟੈਕਸ ਜ਼ਿਆਦਾ ਹੋਏਗਾ, ਕਿਉਂਕਿ ਜ਼ਿਆਦਾ ਮਰਨਗੇ ਤੇ ਜ਼ਿਆਦਾ, ਇਸ ਕਰਕੇ ਇਹਨਾਂ ਦਾ ਟੈਕਸ ਜ਼ਿਆਦਾ ਉਗਰਾਇਆ ਜਾਏਗਾ। ਠੀਕ ਹੈ ਗੱਲ ਹੈ, ਬੜੀ ਅਜੀਬ ਹੈ ਸਿਸਟਮ ਬਣਦਾ ਪਿਆ। ਗੌਰਮੈਂਟਾਂ ਕੁਝ ਸੋਚਦੀਆਂ ਨਹੀਂ ਕਿ ਪਬਲਿਕ ਦਾ ਭਲਾ ਕਿਵੇਂ ਹੋਏਗਾ। ਜੀ ਜੀ, ਉਹਦਾ ਹਮੇਸ਼ਾ ਬੁਰਾ ਹੀ ਸੋਚਣ ਦੀ ਕੋਸ਼ਿਸ਼ ਕਰਦਾ ਹਰ ਇੱਕ ਆਦਮੀ। ਚਲੋ ਠੀਕ ਹੈ ਜੀ, ਉਹਦਾ ਹੱਲ ਵੀ ਸੋਚਣਾ ਪਏਗਾ। ਹੱਲ ਕੀ ਹੈ? ਬਹੁਤ ਬਹੁਤ ਧੰਨਵਾਦ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਸੁਖਰਾਮ ਸਿੱਧੂ ਬੋਲਦਾ ਜੀ, ਵੈਨਕੂਵਰ ਤੋਂ। ਜੀ ਸਿੰਧੂ ਸਾਹਿਬ, ਹਾਂਜੀ ਜੀ ਆਇਆਂ ਨੂੰ, ਹੁਕਮ ਕਰੋ, ਕੀ ਦੱਸਣਾ ਚਾਹੁੰਦੇ ਹੋ? ਸ਼ੇਰ ਹੁੰਦਾ ਜੀ ਹਿੰਦੀ ਦਾ, ਕਹਿੰਦੇ ਵੀ ਕਿਸ਼ਤੀ ਜਹਾਂ ਡੂਬੀ ਵਹਾਂ ਪਾਣੀ ਕਮ ਥਾ, ਮੁਝਕੋ ਮੇਰਾ ਨੇ ਮਾਰਿਆ ਗਰਮ ਕੇ ਦਮ ਥਾ। ਸਾਡੇ ਪੰਜਾਬ ਦੀ ਸਿੱਖੀ ਨੂੰ, ਸਾਡੇ ਪੰਜਾਬ ਦੇ ਸਿੱਖੀ ਬਰਬਾਦ ਕਰਨ ਦੇ ਤੁਲੇ ਹੋਏ ਆ, ਹੋਰ ਕਿਸੇ ਨੂੰ ਕੀ ਲਾਂਭਾ ਦੇਵਾਂਗੇ। ਅੱਛਾ, ਅੱਜ ਅਕਾਲ ਤਖ਼ਤ ਵਰਗੇ ਏਡੇ ਵੱਡੇ ਸਥਾਨ ਚੁੱਪ ਕਰਕੇ ਬੈਠੇ ਆ, ਉਹਨਾਂ ਨੇ ਹੋਰ ਚੀਜ਼ ਤੇ ਮਾੜਾ ਜਿਹਾ ਹੁਕਮਨਾਮਾ ਲਾਗੂ ਕਰਨਾ, ਤੇ ਆ ਹੁਣ ਪੰਜਾਬ ਸਰਕਾਰ ਦੇ ਅਧੀਨ ਹੈ, ਹੁਣ ਇਹ ਜਿਹੇ ਹੁਕਮਨਾਮੇ ਦੀ ਕੋਈ ਉਹਨਾਂ ਨੇ ਸੋਚ ਹੀ ਨਹੀਂ ਕਰੀ। ਤੁਹਾਡੀ ਆਵਾਜ਼ ਉੱਥੇ ਤੱਕ ਵੀ ਪਹੁੰਚ ਰਹੀ ਹੈ, ਔਰ ਅਸੀਂ ਬੇਨਤੀ ਵੀ ਕਰਾਂਗੇ ਔਰ ਉਚੇਚੇ ਤੌਰ ਦੇ ਉੱਤੇ ਕਰਾਂਗੇ। ਹਾਂਜੀ, ਬਹੁਤ ਦੁੱਖ ਦੀ ਗੱਲ ਹੈ ਵੀ ਤੰਬਾਕੂ ਵੀ ਇੱਕ ਪਾਸੇ ਕੈਂਸਰ ਦੇ ਤੁਹਾਡੀ ਉੱਥੇ ਗੱਡੀਆਂ ਭਰ ਕੇ ਰਾਜਸਥਾਨ ਜਾਂਦੀਆਂ, ਤੁਸੀਂ ਉਹ ਹਸਪਤਾਲ ਦੀ ਬਜਾਏ ਤੰਬਾਕੂ ਬੀਜ ਰਹੇ ਹੋ। ਜੀ 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 ਜੀ, ਬਿਲਕੁਲ ਭਾਈ ਸਾਹਿਬ, ਭਾਈ ਨੰਦ ਲਾਲ ਜੀ ਕਹਿੰਦੇ ਹੈ, ਸੁਣ ਗੁਰਸਿੱਖ ਕੀ ਰਹਿਤ ਕੋ ਤਜੇ ਤੰਬਾਕੂ ਸੰਗ, ਮਰਨੀ ਮਰੇ ਤੋਂ ਅੰਤ ਭਲਾ, ਜਗਤ ਝੂਠ ਨਹੀਂ ਅੰਗ। ਮਤਲਬ ਉਸ ਦੇ ਨਾਲ ਹੱਥ ਵੀ ਛੋਣਾ ਜਿਹੜਾ ਉਹ ਵੀ ਨਹੀਂ ਕੀਤਾ ਗਿਆ, ਤੇ ਇਹ ਹੋਣਾ ਪੰਜਾਬ ਦੇ ਵਿੱਚ ਬਹੁਤ ਮੰਦਭਾਗੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਸੋ ਇੱਕ ਛੋਟਾ ਜਿਹਾ ਵਕਫਾ ਲਵਾਂਗੇ ਔਰ ਉਹਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ, ਇੱਕ ਵਕਫੇ ਦੇ ਬਾਅਦ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਪੰਜਾਬ ਦੇ ਵਿੱਚ ਤੰਬਾਕੂ ਪ੍ਰੋਡਕਟਸ ਦੇ ਉੱਤੇ, ਤੰਬਾਕੂ ਦੇ ਉਤਪਾਦਾਂ ਦੇ ਉੱਤੇ ਸਰਕਾਰ ਨੇ ਟੈਕਸ ਦੀ ਦਰ ਕਾਫੀ ਘਟਾ ਦਿੱਤੀ ਹੈ, 55% ਤੋਂ 22% ਕਰ ਦਿੱਤਾ ਹੈ, ਔਰ ਇਹ ਕਿਹਾ ਹੈ ਕਿ ਇਹਦੇ ਨਾਲ ਇਹਨਾਂ ਦੀ ਵਿਕਰੀ ਵਧੇਗੀ ਔਰ ਟੈਕਸ ਵੱਧ ਮਿਲੇਗਾ, ਔਰ ਉਹ ਜਿਹੜਾ ਟੈਕਸ ਹੋਏਗਾ ਉਸ ਦੇ ਵਿੱਚੋਂ ਕੈਂਸਰ ਦੇ ਇਲਾਜ ਲਈ ਉਹਦੇ 'ਚੋਂ ਫੰਡ ਇਸਤੇਮਾਲ ਹੋਏਗਾ। ਸ਼ਸ਼ੀਕਾਂਤ ਜੀ ਦੀ ਤੁਸੀਂ ਗੱਲ ਸੁਣੀ, ਤੁਹਾਡੇ ਵਿਚਾਰਾਂ ਦਾ ਟਾਈਮ ਹੈ। ਹੈਲੋ, ਹਾਂਜੀ, ਕੌਣ ਬੋਲ ਰਹੇ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਅਵਤਾਰ ਸਿੰਘ ਭੋਗਲ ਬੋਲ ਰਿਹਾ ਜੀ। ਜੀ ਭੋਗਲ ਸਾਹਿਬ, ਜੀ ਆਇਆਂ ਨੂੰ, ਕਿੱਥੋਂ ਬੋਲ ਰਹੇ ਹੋ? ਅਸੀਂ ਬਰੰਪਟਨ ਕੈਨੇਡਾ ਤੋਂ ਬੋਲ ਰਹੇ ਹਾਂ ਜੀ। ਹਾਂਜੀ, ਹੁਕਮ ਕਰੋ, ਦੱਸੋ ਕੀ ਕਹਿਣਾ ਚਾਹੁੰਦੇ ਭੋਗਲ ਸਾਹਿਬ? ਮੈਂ ਜਿਹੜਾ ਤੰਬਾਕੂ ਦੇ ਬਾਰੇ 'ਚ ਤੁਸੀਂ ਅੱਜ ਦਾ ਵਿਸ਼ਾ ਕਹਿ ਰਹੇ ਹੋ ਜੀ, ਕਿ ਮੈਂ ਇਸ ਗੱਲ ਤੋਂ ਬਹੁਤ ਹੈਰਾਨ ਹਾਂ ਕਿ ਉਹ ਕਿੰਨੀ ਕੁ ਬਦਦਿਆਨਤ ਗਵਰਨਮੈਂਟ ਹੈ, ਜਿਹੜੀ ਤੰਬਾਕੂ ਦੇ ਬਾਬਤ ਜਾਣਦੇ ਹੋਏ ਤੰਬਾਕੂ ਦੀਆਂ ਕੀਮਤਾਂ ਘਟਾ ਕੇ ਪੰਜਾਬ ਦੀ ਨੌਜਵਾਨ ਪੀੜ੍ਹੀਆਂ ਨੂੰ ਤੰਬਾਕੂ ਹੋਰ ਪੀਣ ਵਾਸਤੇ ਉਕਸਾਹਤ ਕਰ ਰਹੇ ਆ, ਔਰ ਤੰਬਾਕੂ ਦੇ ਨਾਲ ਜਿਹੜਾ ਕੈਂਸਰ ਪੈਦਾ ਹੋ ਰਿਹਾ, ਉਸ ਕੈਂਸਰ ਨੂੰ ਹਟਾਉਣ ਵਾਸਤੇ ਸੈਂਟਰ ਤੋਂ ਪੈਸਾ ਲੈ ਕੇ ਹਸਪੀਟਲ ਬਣਾਏ ਜਾ ਰਹੇ ਆ, ਔਰ ਉਹਦੇ ਵਿੱਚੋਂ ਕਰੋੜਾਂ ਅਰਬਾਂ ਰੁਪਇਆ ਇਹ ਆਪ ਜਿਹੜੀ ਬਾਦਲ ਜੰਡਲੀ ਬੈਠੀ ਆ, ਇਹ ਹੜੱਪ ਕਰ ਜਾਏਗੀ, ਔਰ ਲੋਕ ਇਸੇ ਤਰ੍ਹਾਂ ਹੀ ਮਰਦੇ ਰਹਿਣਗੇ। ਪੰਜਾਬ ਦੇ ਲੋਕਾਂ ਨੂੰ ਉਦੋਂ ਤੱਕ ਸਾਹ ਨਹੀਂ ਆਏਗਾ ਜਦ ਤੱਕ ਇਸ ਪੀੜ੍ਹੀ ਦਾ ਅੰਤ ਨਹੀਂ ਹੋਏਗਾ। ਗੱਲ ਇਹਦੇ ਬਾਰੇ ਤੇ ਨਹੀਂ ਕੁਝ ਕਹਿ ਸਕਦੇ, ਕੌਣ ਕੀ ਲੈਂਦਾ ਹੈ, ਕੀ ਇੰਟਰਸਟ ਹੈ, ਪਰ ਪਾਲਿਸੀ ਦੇ ਤੌਰ ਦੇ ਉੱਤੇ ਇਹ ਕੁਦਰਤੀ ਤੌਰ ਤੇ ਇੱਕ ਗਲਤ ਪਾਲਿਸੀ ਹੈ, ਜਿਹੜੀ ਕਿ ਨਹੀਂ, ਜਿਹਦੀ ਪ੍ਰੋੜਤਾ ਨਹੀਂ ਕੀਤੀ ਜਾ ਸਕਦੀ। ਬਹੁਤ ਬਹੁਤ ਧੰਨਵਾਦ ਤੁਹਾਡਾ ਭੋਗਲ ਸਾਹਿਬ। ਹੈਲੋ, ਹਾਂਜੀ, ਕੌਣ ਬੋਲ ਰਹੇ? ਹਾਂਜੀ, ਪਿਆਰਾ ਸਿੰਘ ਬੋਲਦਾ ਜੀ। ਜੀ ਪਿਆਰਾ ਸਿੰਘ ਜੀ, ਜੀ ਆਇਆਂ ਨੂੰ। ਹਾਂਜੀ, ਹੁਕਮ ਕਰੋ। ਜੋ ਨਸ਼ੇ ਤੇ ਮਨੁੱਖ ਦੀ ਸਿਹਤ ਉੱਤੇ ਵਾਰਤਾ ਵਾਸਤੇ ਜੋ ਸ਼ਸ਼ੀਕਾਂਤ ਜੀ ਟੈਲੀਵਿਜ਼ਨ ਤੇ ਆਏ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ।
दूसरा है कि पहल जो है हमेशा नशा विक्रेता ही करता है, जिवें कि किसी ਨੂੰ ਨਸ਼ਾ ਲਾਉਣਾ ਹੋਵੇ ਤੇ ਪਹਿਲਾਂ ਅਮਲੀ ਪੈਗ ਪਵਾਉਂਦਾ, ਹਾਂਜੀ ਹਾਂਜੀ, ਫਿਰ ਉਸ ਤੋਂ ਉਸਦੇ ਸਿਰੋਂ ਪੀਂਦਾ, ਹਾਂਜੀ। ਤੋ ਇਸ ਬਲਾਮਤ ਉੱਤੇ ਨੱਥ ਪਾਉਣ ਲਈ ਅੱਜ ਨਵੇਂ ਯੁੱਗ ਦਾ ਨਵਾਂ ਕੋਈ ਢੁਕਵਾਂ ਫਾਰਮੂਲਾ ਮਨੁੱਖੀ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਜਥੇਬੰਦੀਆਂ ਨਾਲ ਜੋੜ ਕੇ ਜੀ ਹੋਣਾ ਜ਼ਰੂਰੀ ਹੈ। ਆਪ ਜੀ ਤੋਂ ਆਸ ਹੈ ਤੇ ਆਪ ਦੀ ਸੰਸਥਾ ਤੇ ਜਿਸ ਤਰ੍ਹਾਂ ਸ਼ਸ਼ੀਕਾਂਤ ਜੀ ਅੱਗੇ ਆਏ ਹੈ, ਉਹਨਾਂ ਸਾਰਿਆਂ ਤੋਂ ਆਸ ਹੈ ਕਿ ਸਾਰੇ ਆਗੂ ਇਕਜੁੱਟ ਹੋ ਕੇ ਇਹ ਸਮਾਜ ਨੂੰ ਸਹੀ ਅਗਵਾਈ ਦੇਣਗੇ। ਇਹਦੇ ਨਾਲ ਸਿੱਖ ਰਹਿਤ ਮਰਿਆਦਾ ਦੇ ਪ੍ਰਚਾਰਕ ਨਾਲ ਜੋੜੇ ਜਾ ਸਕਦੇ ਹਨ। ਜੀ ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ, ਤੁਹਾਡੇ ਵਿਚਾਰਾਂ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਖਾਲਸਾ। ਸੋ ਪਿਆਰੇ ਦਰਸ਼ਕੋ, ਦਰਅਸਲ ਤੰਬਾਕੂ ਦੀ ਗੱਲ ਕੇਵਲ ਇੱਕ ਵਪਾਰਕ ਔਰ ਇੱਕ ਇਕਨੋਮਿਕ ਜਾਂ ਫਾਈਨੈਂਸ਼ੀਅਲ ਗੱਲ ਨਹੀਂ ਹੈ ਕਿ ਇਹਦੇ ਨਾਲ ਕਿੰਨੀ ਆਮਦਨ ਵਧੇਗੀ ਕਿ ਨਹੀਂ ਵਧੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪਾਲਿਸੀ ਪ੍ਰੋਗਰਾਮ ਦੇ ਵਿੱਚ ਵੀ ਇਹ ਬਹੁਤ ਹੀ ਸਪਸ਼ਟ ਤੌਰ ਦੇ ਉੱਤੇ ਅੰਕਿਤ ਸੀ ਕਿ ਤੰਬਾਕੂ ਦੇ ਉੱਤੇ ਪਾਬੰਦੀ ਲਗਾਈ ਜਾਏਗੀ, ਸ਼ਰਾਬ ਦੇ ਉੱਤੇ ਪਾਬੰਦੀ ਲਗਾਈ ਜਾਏਗੀ। ਔਰ ਇਹਦੇ ਲਈ ਹੀ ਬਲਕਿ ਜਿਹੜੀਆਂ ਐਜੀਟੇਸ਼ਨਾਂ ਵੀ ਹੋਈਆਂ, ਜਿਹੜੇ ਧਰਮ ਯੁੱਧ ਮੋਰਚੇ ਦੇ ਵਿੱਚ ਵੀ ਸ਼ੁਰੂ ਵਿੱਚ ਵੀ ਇਹੀ ਸੀ, ਪਾਲਿਸੀ ਪ੍ਰੋਗਰਾਮ ਵਿੱਚ ਵੀ ਸੀ, ਅਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਸੀ। ਔਰ ਇਸ ਤੰਬਾਕੂ ਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਤਨੇ ਹੀ ਪੰਥਕ ਮਤੇ ਵੀ ਹਨ ਕਿ ਇਹਨਾਂ ਦੇ ਉੱਤੇ ਸਰਕਾਰਾਂ ਪਾਬੰਦੀ ਆਇਦ ਕਰਨ, ਪਰ ਖੁਦ ਹੀ ਪੰਜਾਬ ਸਰਕਾਰ ਵੱਲੋਂ ਬਜਾਏ ਉਸ ਦੇ ਉੱਤੇ ਹੋਰ ਕਰੜਾ ਰੁਖ ਅਪਣਾਉਣ ਦੇ, ਇਹਨਾਂ ਨੂੰ ਹੋਰ ਰਿਆਇਤਾਂ ਦੇ ਕੇ ਉਸ ਤੰਬਾਕੂ ਟ੍ਰੇਡ ਨੂੰ, ਉਸ ਲੌਬੀ ਨੂੰ, ਔਰ ਜਿਹੜੀ ਗੱਲ ਜ਼ਾਹਿਰਾ ਤੌਰ ਦੇ ਉੱਤੇ ਕਹੀ ਗਈ ਹੈ ਕਿ ਇਸ ਦੇ ਨਾਲ ਤੰਬਾਕੂ ਦੀ ਵਿਕਰੀ ਵਧੇਗੀ, ਜਿਹੜੀ ਚੀਜ਼ ਕਿਸੇ ਦੂਸਰੇ ਨੂੰ ਦੱਸਣ ਦੀ ਵੀ ਹੁਣ ਗੱਲ ਨਹੀਂ ਰਹਿ ਗਈ, ਉਹ ਖੁਦ ਹੀ ਉਹਨਾਂ ਦੀ ਪਾਲਿਸੀ ਦੇ ਵਿੱਚ ਕਹਿ ਰਹੇ ਹੈ ਕਿ ਇਸ ਨੂੰ, ਇਹਦੇ ਨਾਲ ਤੰਬਾਕੂ ਦੇ ਉਤਪਾਦ ਦੀ ਵਿਕਰੀ ਵਧੇਗੀ। ਤੰਬਾਕੂ ਦੇ ਬਾਰੇ ਤਾਂ ਬਹੁਤ ਕੁਝ ਹੈ, ਬਹੁਤ ਕੁਝ ਲਿਖਿਆ ਗਿਆ ਔਰ ਇਸ ਦੇ ਨਾਲ ਇਹਦੇ ਬਾਰੇ ਇੱਥੋਂ ਤੱਕ ਵੀ ਹੈ ਕਿ ਸਿੱਖ ਦਾ ਇਹਦੇ ਨਾਲ ਰਿਸ਼ਤਾ ਤਾਂ ਇੱਥੇ ਤੱਕ ਹੈ ਕਿ ਤੰਬਾਕੂ ਦੀ ਡੱਬੀ ਵੀ ਉਸ ਨੂੰ ਹੱਥ ਨਹੀਂ ਲਾਉਂਦਾ ਕੋਈ, ਹੋਰ ਤਾਂ ਹੋਰ ਉਹਦੀ ਕੋਈ ਫੋਟੋ ਵੀ ਹੋਏ ਉਹ ਵੀ ਉਸ ਦੇ ਉੱਤੇ ਵੀ ਸ਼੍ਰੋਮਣੀ ਕਮੇਟੀ ਇਤਰਾਜ਼ ਕਰਦੀ ਹੈ ਕਿ ਐਸਾ ਕੋਈ ਕੈਲੰਡਰ ਨਾ ਛਾਪਿਆ ਜਾਏ ਸਿੱਖਾਂ ਦੇ ਨਾਲ ਤਾਲੁਕ ਹੋਏ ਤੇ ਤੰਬਾਕੂ ਦਾ ਉਹਦੇ 'ਤੇ ਇਸ਼ਤਿਹਾਰ ਹੋਏ। ਹੈਲੋ ਜੀ, ਕੌਣ ਬੋਲ ਰਹੇ ਭਾਈ ਸਾਹਿਬ? ਮੈਂ ਦਰਸ਼ਨ ਸਿੰਘ ਬੋਲ ਰਿਹਾ ਜੀ, ਕੈਨੇਡਾ ਤੋਂ। ਜੀ 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 ਸਰ, ਮੈਂ ਤਾਂ ਬੇਨਤੀ ਇਹ ਕਰਨਾ ਚਾਹੁੰਦਾ ਸੀ ਜੀ ਵੀ ਸਾਡੇ ਸਿੱਖ ਕੌਮ 'ਚ ਤਾਂ ਬਿਲਕੁਲ ਤੰਬਾਕੂ ਵਰਜਿਤ ਹੈ ਮੁਕਤ। ਹਾਂਜੀ, ਪਰ ਇਹ ਬੜੇ ਦੁੱਖ ਦੀ ਗੱਲ ਹੈ, ਉਹ ਇੱਕ ਸ਼ੇਰ ਹੈ, ਕਹਿੰਦਾ ਵੀਰਾ ਗੁਲस्तान करने को एक ही उल्लू काफी था, हर शाख पे उल्लू बैठा है, अंजामे गुलस्ता क्या होगा। ਚੁੱਪੀ ਭਰੀ ਆ, ਹੁਣ ਸਾਡੀ ਸਮਝ ਨਹੀਂ ਆਉਂਦੀ ਗੌਰਮੈਂਟ ਕੀ ਕਰਦੀ ਹੈ। ਸਾਡੇ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਕਮੇਟੀ ਹੈ, ਉਹਨੂੰ ਇਹਦੇ ਖਿਲਾਫ ਸਟੈਂਡ ਲੈਣਾ ਚਾਹੀਦਾ ਪੂਰਾ। ਬਸ ਮੈਂ ਤਾਂ ਇਹੀ ਬੇਨਤੀ ਕਰੂੰਗਾ ਜੀ, ਮੈਂ ਤਾਂ ਹੈਰਾਨ ਹਾਂ ਇਹਨਾਂ ਗੱਲਾਂ। ਪਰ ਸ਼੍ਰੋਮਣੀ ਅਕਾਲੀ ਦਲ ਦੀ ਤੁਹਾਡੇ ਕੋਲ ਵੀ ਤਾਂ ਇੱਥੇ ਬ੍ਰਾਂਚ ਹੈ, ਉਹਦੀ ਇੱਥੇ ਹੈ, ਤੁਸੀਂ ਵੀ ਤਾਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ, ਤੁਸੀਂ ਤੇ ਆਪਣੀ ਆਵਾਜ਼ ਪਹੁੰਚਾ ਸਕਦੇ ਹੋ। ਉਹ ਤੁਹਾਡੀ ਗੱਲ ਸਿਆਣੀ ਹੈ ਜੀ, ਪਰ ਸੁਣਦਾ ਹੁਣ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਤਾ, ਵੀਰਾ ਗੁਲस्ता करने को एक ही उल्लू काफी था, हर शाख पे उल्लू बैठा है, अंजामे गुलस्ता क्या होगा। हर शाख पे उल्लू बैठा ਕਿਹਨੂੰ ਕਹੀਏ? ਇਹਦੇ ਤੇ ਜੀ ਜੀ ਸਹੀ ਕਹਿ ਰਹੇ ਹੋ ਤੁਸੀਂ। ਹਾਂਜੀ, ਪਰ ਉਹਦੇ ਤੇ ਨਾ ਇੱਕ ਹੋਰ ਕਿਸੇ ਨੇ ਕਿਹਾ ਸੀ ਪਹਿਲੇ, ਤੁਸੀਂ ਜਿਹੜੀ ਗੱਲ ਕਹੀ ਨਾ ਕਿ एक ही उल्लू काफ़ी था बर्बाद गुलिस्तां करने को, हर शाख पे उल्लू बैठा है, अंजाम गुलिस्तां क्या होगा। ਤੇ ਇੱਕ ਹੋਰ ਬੰਦੇ ਨੇ ਫਿਰ ਇਹਦੇ ਤੇ ਟਿੱਪਣੀ ਕੀਤੀ ਸੀ, ਕਹਿੰਦਾ हर शाख पे उल्लू बैठा है, जो कहते थे वो देख तो लें, अब हर शाख की कोपल पे मासूफ के पट्ठे बैठे हैं। ਉਹਨਾਂ ਦੇ ਉੱਤੇ ਹੁਣ ਉਹਦੀਆਂ ਹਰ ਸ਼ਾਖਾ ਦੀਆਂ ਜਿਹੜੀਆਂ ਨਵੀਆਂ ਪੁੰਗਰਦੀਆਂ ਹੋਈਆਂ ਕੋਪਲਾਂ ਦੇ ਉੱਤੇ ਉੱਲੂ ਦੇ ਪੱਠੇ ਬੈਠੇ ਹੋਏ ਆ। ਸੋ ਤੁਸੀਂ ਤਾਂ ਖਾਲੀ ਇੱਕ ਸ਼ਾਖਾ ਦੀ ਗੱਲ ਕੀਤੀ, ਹੁਣ ਤਾਂ ਉਸ ਤੋਂ ਵੀ ਗੱਲ ਅੱਗੇ ਬਹੁਤ ਵੱਧ ਗਈ। ਸ਼ਾਇਦ ਇਹ ਗੱਲ ਹੁਣ ਜੀ ਸਹੀ ਗੱਲ ਹੈ, ਤੁਹਾਡੀ ਗੱਲ ਤਾਂ ਬਿਲਕੁਲ ਸਹੀ ਹੈ, ਪਰ ਬੜੇ ਦੁੱਖ ਵਾਲੀ ਗੱਲ ਹੈ।
ਹਾਂ, ਦੁੱਖ ਦੀ ਗੱਲ ਹੈ। ਔਰ ਸਾਨੂੰ ਧਾਰਮਿਕ ਤੌਰ ਤੇ ਵੀ ਇਸ ਨੂੰ ਜ਼ਰੂਰ ਜਾਗਰਤ ਕਰਨ ਦੀ ਲੋੜ ਹੈ। ਨਿਹੰਗ ਸਿੰਘ ਇਸੇ ਲਈ ਨਹੀਂ ਤੰਬਾਕੂ ਨੂੰ ਸਿਗਰਟ ਪੀਣ ਨੂੰ ਗਧੀ ਚੁੰਗਣਾ ਕਹਿੰਦੇ ਹੁੰਦੇ ਸੀ। ਸੋ ਤੁਹਾਡਾ ਪੰਜਾਬ ਤੋਂ ਹੁਣੇ ਕੈਨੇਡਾ ਹੈ ਜੀ, ਇੱਥੇ ਤੁਹਾਡੇ ਕੋਲੇ। ਜੀ ਜੀ ਜੀ, ਮੈਨੂੰ ਤਾਂ ਆਏ ਨੂੰ ਸਿਰਫ 1.5 ਮਹੀਨਾ ਹੋਇਆ। ਜੀ 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 ਮੈਂ ਜੀ। ਤਾਂ 70 ਸਾਲ ਦੀ ਉਮਰ ਹੈ, ਮੈਂ ਤਾਂ ਹਲਾਲ ਹੈ ਗੱਲਾਂ ਤੇ, ਅਸੀਂ ਤਾਂ ਦੇਖ ਕੇ ਹੈਰਾਨ ਹੁੰਦੇ ਹਾਂ। ਧੰਨਵਾਦ ਤੁਹਾਡਾ ਗੱਲ ਕਰਨ ਲਈ ਜੀ। ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਅਖੀਰ ਦੇ ਵਿੱਚ ਸਿਰਫ ਜਿਹੜਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ ਕਿ ਤਨਕ ਤਮਾਕੂ ਸੇਵੀਏ ਦੇਵ ਪਿਤਰ ਤਜ ਜਾਏ, ਪਾਣੀ ਤਾਕੇ ਹਾਥ ਕਾ ਮਦਰਾ ਸਮ ਅਗ ਦਾਏ, ਮਦਰਾ ਦਹਿਤਾ ਸਪਤ ਕੁਲ ਭੰਗ ਦਹੇ ਤਨ ਏਕ, ਸਤ ਕੁਲ ਦਹਿਤਾ ਜਗਤ ਝੂਠ ਨਿੰਦਾ ਦਹੇ ਅਨੇਕ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਿ ਇਹ ਜਿਹੜਾ ਇਸ ਦਾ ਸੇਵਨ ਕਰਨ ਵਾਲਾ ਉਹਦੀਆਂ 7 ਕੁਲਾਂ ਵੀ ਜਿਹੜੀਆਂ ਉਹ ਨਹੀਂ ਉੱਭਰ ਸਕਦੀਆਂ। ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ। ਡੀਜੀ ਸਾਹਿਬ ਗੱਲ ਕਰਕੇ ਹਟੇ, ਗੁਰੂ ਗੋਬਿੰਦ ਸਿੰਘ ਦਾ ਕੋੜਾ ਨਹੀਂ ਬੜਿਆ ਸੀ, ਨਹੀਂ ਵੜਿਆ ਸੀ। ਬਿਲਕੁਲ ਠੀਕ ਕਹਿ ਰਹੇ ਹੋ, ਬਿਲਕੁਲ ਠੀਕ ਕਹਿ ਰਹੇ ਹੋ। ਠੀਕ ਹੈ, ਉਹਦਾ ਧੰਨਵਾਦ ਬਹੁਤ 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 ਬਹੁਤ। ਸੋ ਪਿਆਰੇ ਦਰਸ਼ਕੋ, ਇਹ ਬਹੁਤ ਹੀ ਅਹਿਮ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਪੇਸ਼ ਕੀਤਾ। ਤੁਸੀਂ ਆਪਣੇ ਵਿਚਾਰ ਜ਼ਰੂਰ ਭੇਜੋ। ਔਰ lamba@getpunjabi.tv ਦੇ ਉੱਤੇ ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।